ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਬੋਲੇ ਬਚਨ ਪੁਨ ਸੁਨਹ ਆਪਣੀ ਬਾਤ। ਕੰਕ ਕਰਨ ਤਬ ਪਿਤਾ ਕੋ ਨਾਮ ਹੋਤੋ ਬਖਿਆਤ। ਸ੍ਰੀ ਗੁਰ ਬੋਲੇ ਬਚਨ ਪੁਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਨੇ ਸੰਧਿਆ ਦੇ ਸਮੇਂ ਤੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ ਹੈ। ਬੇਅੰਤ ਸੰਗਤਾਂ ਨਿਤਨੇਮ ਦੇ ਨਾਲ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰਦੀਆਂ ਹਨ। ਤਿਲ ਫੁੱਲ ਭੇਟਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਕਰਕੇ ਗੁਰੂ ਪਾਸੋਂ ਮਨ ਇੱਛਤ ਮਨ ਭਾਉਂਦੇ ਫਲ ਪ੍ਰਾਪਤ ਕਰਦੇ ਹੋ। ਗੁਰੂ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਮਹਾਨ ਤੋਂ ਮਹਾਨ ਪਾਵਨ ਪਵਿੱਤਰ ਦਰਸ਼ਨ ਦੇ ਕਰਕੇ ਸੰਗਤਾਂ ਨੂੰ ਨਿਹਾਲ ਕਰਤਾਰਥ ਕਰਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਆਪਾਂ ਨਿਤਨੇਮ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ ਜੋ ਕਿ ਗੁਰੂ ਮਹਾਰਾਜ ਜੀ ਦੀ ਸਿੱਧਾਂ ਨਾਲ ਚਰਚਾ ਚੱਲ ਰਹੀ ਹੈ। ਸਿੱਧ ਗੋਰਖਨਾਥ ਦੇ ਚੇਲੇ 84 ਸਿੱਧ ਨੌਨਾਥ ਵਾਰੀ ਵਾਰੀ ਸਿਹਰੀ ਚਰਚਾ ਕਰਨ ਵਾਸਤੇ ਆ ਰਹੇ हैं।
ਤੇ ਜਦੋਂ ਚਰਚਾ ਕਰਦੇ ਫਿਰ ਨਿਰੰਤਰ ਹੋ ਕੇ ਵਾਪਸ ਜਾਂਦੇ ਹਨ। ਇਸੇ ਤਰ੍ਹਾਂ ਜੋ ਲੋਹਾ ਰੀਪਾ ਆਇਆ ਹੈ ਸਿੱਧ, ਗੁਰੂ ਸਾਹਿਬ ਜੀ ਨੇ ਉਹਨੂੰ ਸਭ ਤਰ੍ਹਾਂ ਨਾਲ ਤਸੱਲੀ ਬਖਸ਼ ਉੱਤਰ ਦੇ ਕੇ ਨਿਹਾਲ ਕਿਰਤਾਰਥ ਕੀਤਾ ਹੈ। ਜਿਸ ਕਰਕੇ ਗੋਰਖਨਾਥ ਦਾ ਚੇਲਾ ਏ ਲੋਹਾ ਰੀਪਾ ਬਹੁਤ ਖੁਸ਼ ਹੋਇਆ। ਇਸ ਕਥਾ ਨੂੰ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਐਸੀ ਸਮਾਧੀ ਜੁੜੀ ਹੈ, ਲੱਗੀ ਹੈ। 7 ਰਾਤਾਂ 7 ਦਿਨ ਬੀਤ ਗਏ ਇੱਕ ਚੌਂਕੜੇ ਵਿੱਚ ਅਡੋਲ ਬੈਠਿਆਂ ਹੋਇਆਂ, ਤੇ 8ਵੇਂ ਦਿਨ ਜਾ ਕੇ ਸਮਾਧੀ ਖੁੱਲੀ, ਇਸ਼ਨਾਨ ਕੀਤਾ, ਲੰਗਰ ਵਿੱਚੋਂ ਭੋਜਨ ਛਕਣਾ ਕੀਤਾ, ਫਿਰ ਆ ਕੇ ਬੈਠ ਗਏ। ਸਾਰੇ ਸਰੋਤਿਆਂ ਨੂੰ ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ, ਗੁਰੂ ਅਮਰਦਾਸ, ਹੋਰ ਗੁਰੂ ਕੇ ਸਿੱਖ ਬੇਅੰਤ, ਭਾਈ ਪੈੜਾ ਮੋਖਾ, ਜੋ ਭਗਤੇ ਹੈ, ਭਾਈ ਬਾਲਾ ਜੀ, ਸਭ ਆ ਕੇ ਦੀਵਾਨ ਵਿੱਚ ਸੱਜ ਗਏ ਹਨ। ਜਦੋਂ ਲੋਹਾ ਰੀਪਾ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਇਆ, ਫਿਰ ਮੱਥਾ ਟੇਕਿਆ ਗੁਰੂ ਮਹਾਰਾਜ ਦੇ ਚਰਨਾਂ ਉੱਪਰ ਦੋਵੇਂ ਹੱਥ ਜੋੜ ਕੇ, ਤੇ ਵਾਪਸ ਗਿਆ ਲੈ ਕੇ ਉੱਥੇ ਜਾ ਕੇ ਗੋਰਖਨਾਥ ਨੂੰ ਦੱਸਿਆ ਵੀ ਗੁਰੂ ਜੀ ਉਹ ਤੇ ਬਹੁਤ ਮਹਾਨ ਹੈ, ਗੁਰੂ ਨਾਨਕ ਸਾਹਿਬ ਪੂਰਨ ਅਵਤਾਰ ਹੈ, ਨਿਸ਼ਚੇ ਹੀ ਸਾਡੇ ਵਿੱਚ ਐਸਾ ਕੋਈ ਸਮਰੱਥ ਸਿੱਧ ਨਹੀਂ ਜਿਹੜਾ ਉਹਨੂੰ ਜਿੱਤ ਸਕੇ, ਐਸਾ ਤਾਕਤ ਵਾਲਾ। ਗੋਰਖਨਾਥ ਨੇ ਥੋੜ੍ਹਾ ਵਰਜਿਆ ਵੀ ਚੁੱਪ ਕਰੋ, ਚੁੱਪ ਹੀ ਰਹੀਏ, ਸਾਡੇ ਕੋਲ ਆ ਕੇ ਬੈਠ ਜਾਓ। ਆ ਜਿਹੜੇ ਦੂਜੇ ਸਿੱਧ ਬੜੇ ਸਾਡੇ ਨਾਲ ਦੇ ਮਾਨੀ ਹੰਕਾਰੀ ਹੈ, ਆਪੇ ਜਦੋਂ ਚਰਚਾ ਕਰਕੇ ਹਾਰ ਹੰਬ ਜਾਣਗੇ, ਨਹੀਂ ਜਿੱਤ ਸਕਣਗੇ, ਇਹਨਾਂ ਦਾ ਮਾਣ ਦੂਰ ਹੋ ਜਾਏਗਾ। ਉੱਥੇ ਸਿੱਧ ਸਾਰੇ ਬੁਲਾਏ। ਗੋਰਖਨਾਥ ਨੇ ਕਿਹਾ ਵੀ ਤੁਹਾਡੇ ਵਿੱਚ ਐਸਾ ਕੋਈ ਹੈ ਵੀ ਜਿਹੜਾ ਗੁਰੂ ਨਾਨਕ ਜੀ ਨੂੰ ਜਿੱਤ ਕੇ ਆਵੇ? ਭੰਗਰਨਾਥ ਜੋ ਬੜਾ ਵੇਰਿਆ ਹੋਇਆ ਸੀ ਇਹ ਉੱਠਿਆ, ਕਹਿੰਦਾ ਵੀ ਸਿੱਧੋ ਨਾਥੋਂ ਮੈਨੂੰ ਆਗਿਆ ਦਿਓ, ਮੈਂ ਜਿੱਤਾਂਗਾ ਉਸ ਨੂੰ, ਮੈਂ ਦੇਖਾਂਗਾ ਉਹ ਕੈਸਾ ਹੈ ਨਾਨਕ ਦਾ ਪਾ। ਇਸ ਨੂੰ ਕਹਿ ਦਿੱਤਾ ਵੀ ਤੂੰ ਚਲਿਆ ਜਾ। ਆਇਆ ਹੈ, ਆਉਂਦਿਆਂ ਹੀ ਕੋਈ ਆਦੇਸ਼ ਨਮਸਕਾਰ ਨਹੀਂ ਕੀਤੀ, ਪੈਂਦਿਆਂ ਹੀ ਬੋਲਿਆ ਕਿ ਮਾਈ ਮੁੰਡੇ ਕਿੱਥੇ ਜਾ ਰਿਹਾ ਹੈ? ਪਾ ਮਾਂ ਦੇ ਸਿਰ ਨੂੰ ਮੁੰਨਣ ਵਾਲੇ ਕਿੱਥੇ ਜਾ ਰਿਹਾ? ਤੇਰੀ ਕੋਈ ਸ਼ਮਤਾ ਨਹੀਂ ਹੈ ਜਾਣ ਦੀ ਅੱਗੇ। ਮੇਰੇ ਤੇ 2 ਹੀ ਬਚਨ ਹੈ ਵੀ ਜਾਂ ਤੇ ਤੂੰ ਪਿੱਛੇ ਮੁੜ ਜਾ, ਨਹੀਂ ਤੇ ਗੋਰਖਨਾਥ ਨੂੰ ਤੂੰ ਗੁਰੂ ਆਪਣਾ ਕਰ ਲਾ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤੇਰਾ ਗੋਰਖਨਾਥ ਗੁਰੂ ਵੇਖਿਆ ਹੈ, ਐਵੇਂ ਵਿਅਰਥੀ ਵਾਧੂ ਦੀ ਉਮਰ ਵਧਾਈ ਹੋਈ ਹੈ, ਤੇ ਜਿਹੜਾ ਹੰਕਾਰ ਉਹਨੇ ਛੱਡਿਆ ਕੋਈ ਨਹੀਂ ਹੈ, ਗਿਆਨ ਤੁਸਾਂ ਨੇ ਪਾਇਆ ਕੋਈ ਨਹੀਂ ਆਪਣੇ ਸਹਿ ਸਰੂਪ ਦਾ, ਇਸ ਕਰਕੇ ਪਿੱਛੇ ਮੁੜ ਕੇ ਤੇ ਅਸੀਂ ਕੋਈ ਨਹੀਂ ਜਾਣਾ, ਤੈਨੂੰ ਕੋਈ ਉਪਦੇਸ਼ ਲੈਣਾ ਤੇ ਤੂੰ ਦੱਸ। ਫਿਰ ਇਹਦੇ ਵੀ ਮਹਾਰਾਜ ਨੇ ਇਹਨੂੰ ਨਿਰੁੱਤਰ ਕੀਤਾ, ਤਸੱਲੀ ਬਖਸ਼ ਉੱਤਰ ਦਿੱਤੇ ਹੈ। ਸੁਣ ਕੇ ਤੇ ਸ਼ਰਮਸ਼ਾਰ ਜਿਹਾ ਹੋ ਕੇ ਵਾਪਸ ਮੁੜ ਗਿਆ ਭੰਗਰਨਾਥ, ਮੂੰਹ ਜਿਹਾ ਲਟਕਾ ਕੇ। ਉਸ ਤੋਂ ਬਾਅਦ ਜਿਹੜਾ ਕਨੀਫਾ ਆਇਆ ਹੈ ਸਿੱਧ, ਉਹ ਵੀ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਕੌਣ ਹੋ, ਕਿੱਥੇ ਰਹਿੰਦੇ ਹੋ, ਕਿੱਥੇ ਜਾਓਗੇ, ਤੇ ਸਾਡੀ ਸਿੱਖਿਆ ਲਓ, ਯੋਗ ਮਤ ਵਿੱਚ ਆ ਜਾਓ, ਆਪਣਾ ਸਿਧਾਂਤ ਛੱਡੋ। ਮਹਾਰਾਜ ਨੇ ਸਭ ਦੱਸ ਕੇ ਕਿਹਾ ਵੀ ਦੱਸੋ ਕੀ ਤੁਹਾਡਾ ਉਪਦੇਸ਼ ਯੋਗ ਦਾ? ਕਹਿੰਦਾ ਵੀ ਮੁੰਦਰਾਂ ਪਾ ਲਓ, ਕੰਨ ਚੀਰ ਕੇ, ਸਰੀਰ 'ਤੇ ਸਵਾਹ ਮਲ ਲਓ, ਕੱਪੜੇ ਉਤਾਰ ਕੇ ਗੋਦੜੀ ਪੈ ਲਓ ਟਾਕੀਆਂ ਵਾਲੀ, ਇਸ ਤਰ੍ਹਾਂ ਤੁਹਾਡੀ ਅਸਥਿਰ ਅਵਸਥਾ ਹੋ ਜਾਏਗੀ, ਅਮਰ ਪਦ ਪਾ ਲਓਗੇ, ਸਰੀਰ ਨਹੀਂ ਤੁਹਾਡਾ ਜਿਹੜਾ ਜਾਏਗਾ। ਇਹਨੂੰ ਵੀ ਗੁਰੂ ਮਹਾਰਾਜ ਨੇ ਜਿਹੜੇ ਤਸੱਲੀ ਦੀ ਕਰਾ ਕੇ ਭੇਜੀ ਹੈ ਵੀ ਵਾਪਸ ਗਿਆ ਹੈ। ਜਦੋਂ ਸਭ ਤਰ੍ਹਾਂ ਨਾਲ ਉੱਤਰ ਦਿੱਤੇ, ਫਿਰ ਹਨੀਫਾ ਸਿੱਧ ਆਇਆ ਹੈ, ਉਹ ਗੁਰੂ ਮਹਾਰਾਜ ਚਰਚਾ ਕਰਨ ਲੱਗ ਪਿਆ। ਚਰਚਾ ਕਰਨ ਤੋਂ ਪਹਿਲਾਂ ਜਦੋਂ ਮਹਾਰਾਜ ਦੇ ਪਾਸ ਆਇਆ, ਗੁਰੂ ਸਾਹਿਬ ਜੀ ਨੇ ਕਿਹਾ ਵੀ ਆਓ ਹਨੀਫਾ ਸਿੱਧ ਜੀ, ਬੈਠੋ ਸਾਡੇ ਕੋਲ ਆ ਕੇ। ਇਹ ਆਪਣਾ ਨਾਮ ਸੁਣ ਕੇ ਹੈਰਾਨ ਹੋ ਗਿਆ ਵੀ ਮੇਰਾ ਨਾਮ ਕਿਵੇਂ ਜਾਣਦੇ ਹੈ। ਫਿਰ ਕਹਿੰਦਾ ਵੀ ਨਾਨਕ ਤਬਾ ਜੀ
ਤੁਸੀਂ ਤਿੰਨਾਂ ਸਮਿਆਂ ਦੇ ਗਿਆਤਾ ਹੋ, ਸੋਝੀ ਵਾਲੇ ਹੋ ਕਿ ਜਾਂ ਤੁਹਾਨੂੰ ਸਭ ਉਂਝ ਹੀ ਪਤਾ ਹੈ? ਇਹ ਤਾਂ ਤੁਹਾਡਾ ਹੁਣ ਕਹਿਣਾ ਬਣਦਾ ਹੀ ਹੈ, ਮੈਨੂੰ ਸੰਸਾ ਹੋ ਗਿਆ। ਤੁਸੀਂ ਮੇਰਾ ਨਾਮ ਕਿਵੇਂ ਪਹਿਲਾਂ ਹੀ ਲੈ ਦਿੱਤਾ ਬਿਨਾਂ ਦੱਸੇ ਤੋਂ? ਕਿਸੇ ਨੇ ਦੱਸਿਆ ਕਿ ਜਾਂ ਤੁਹਾਨੂੰ ਪਤਾ ਹੈ? ਫਿਰ ਜਿਵੇਂ ਗੁਰੂ ਮਹਾਰਾਜ ਨੇ ਅੱਗੋਂ ਦੱਸਿਆ ਹੈ ਉਹ ਪ੍ਰਸੰਗ ਅੱਜ ਆ ਰਹੇ ਹਨ, ਆਪਾਂ ਸਰਵਣ ਕਰੀਏ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਬੋਲੇ ਬਚਨ ਪੁਨਾ। ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨੀਫਾ ਸਿੱਧ ਪਾਸੋਂ ਸੁਣ ਕੇ ਵੀ ਇਹ ਕਹਿੰਦਾ ਵੀ ਮੈਨੂੰ ਸੰਸਾ ਹੋ ਗਿਆ, ਤੁਸੀਂ ਮੇਰਾ ਨਾਮ ਕਿਵੇਂ ਲੈ ਦਿੱਤਾ? ਕੀ ਤੁਸੀਂ ਮੈਨੂੰ ਜਾਣਦੇ ਹੋ ਜਾਂ ਤਿੰਨਾਂ ਸਮਿਆਂ ਦੀ ਗਿਆਤਾ ਰੱਖਦੇ ਹੋ ਜਾਂ ਕਿਸੇ ਨੇ ਮੇਰਾ ਨਾਮ ਦੱਸਿਆ? ਇਹ ਤੁਹਾਡਾ ਹੁਣ ਕਹਿਣਾ ਬਣਦਾ ਹੀ ਹੈ। ਫਿਰ ਗੁਰੂ ਮਹਾਰਾਜ ਬਚਨ ਬੋਲੇ ਹੈ, ਸੁਨਹੁ ਆਪਣੀ ਬਾਤ। ਐ ਹਨੀਫਾ ਸਿੱਧ ਤੂੰ ਆਪਣੀ ਸਾਰੀ ਗੱਲਬਾਤ ਸੁਣ ਲਾ। ਕੰਕ ਕਰਨ ਤਬ ਪਿਤਾ ਕੋ। ਤੇਰਾ ਜੋ ਪਿਤਾ ਹੈ ਉਸ ਦਾ ਨਾਮ ਕੰਕ ਕਰਨ ਹੈ। ਨਾਮ ਹੁਤੋ ਬਖਿਆਤ। ਸਾਰੇ ਲੋਕਾਂ ਵਿੱਚ ਪ੍ਰਗਟ ਪ੍ਰਸਿੱਧੀ ਨਾਮ ਹੈ ਤੇਰੇ ਪਿਤਾ ਦਾ, ਕੰਕ ਕਰਨ ਕਰਕੇ। ਨਗਰ ਸੀਲਪੁਰ ਕੇ ਬਿਖੈ। ਤੇ ਜੋ ਤੁਹਾਡਾ ਨਗਰ ਹੈ ਉਹ ਸੀਲਪੁਰ ਹੈ। ਸੀਲਪੁਰ ਨਗਰ ਦੇ ਵਿੱਚ ਕਰਤੇ ਰਾਜ ਵਿਸਾਲ। ਤੇਰੇ ਪਿਤਾ ਕੰਕ ਕਰਨ ਬੜਾ ਤਗੜਾ ਹੀ ਰਾਜ ਭਾਗ ਕਰਦੇ ਸਨ। ਬੀਤੀ ਔਦ ਤਵ ਪਿਤਾ ਕੀ। ਜਦੋਂ ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ, ਸਾਰੀ ਲੰਘ ਗਈ, ਭਰਿਓ ਕਾਲ ਕੇ ਜਾਲ। ਫਿਰ ਤੇਰਾ ਪਿਤਾ ਕੰਕ ਕਰਨ ਕਾਲ ਦੇ ਜਾਲ ਵਿੱਚ ਪੈ ਗਿਆ, ਮੌਤ ਦੇ ਜਾਲ ਵਿੱਚ ਫਸ ਗਿਆ। ਕਬਿਤ ਬਰਖ ਸਪਤ ਦਸ ਬੈਸ ਹੋਤੀ ਤੇਰੀ ਤਬ। ਜਦੋਂ ਤੇਰਾ ਪਿਤਾ ਐਵੇਂ ਉਮਰ ਪੂਰੀ ਕਰਕੇ ਕਾਲ ਦੇ ਜਾਲ ਵਿੱਚ ਫਸਿਆ, ਹੇ ਹਨੀਫਾ ਸਿੱਧ ਉਸ ਵੇਲੇ ਤੇਰੀ ਉਮਰ 17 ਸਾਲ ਦੀ ਸੀ। ਤਾਂ ਕੇ ਪਾਛੇ ਦੇਸ਼ ਰਾਜ ਕੋਚ ਸਭ ਲਿਓ ਹੈ। ਆਪਣੇ ਪਿਤਾ ਦੇ ਸਰੀਰ ਛੱਡਣ ਤੋਂ ਪਿੱਛੋਂ ਜਿਹੜਾ ਸਾਰਾ ਇਲਾਕਾ ਦੇਸ਼ ਸੀ, ਸਾਰਾ ਰਾਜ ਭਾਗ ਤੇ ਖਜ਼ਾਨੇ ਉਹ ਸਾਰੇ ਤੂੰ ਲੈ ਲਏ। ਇੱਕ ਦਿਨ ਮਾਹਿ ਤੈ ਅਰੂੜ ਭਇਓ ਬਾਜ ਪਰ। ਇੱਕ ਦਿਨ ਦੀ ਗੱਲ ਹੈ ਕਿ ਤੂੰ ਬਾਜ ਕਹੀਏ ਘੋੜੇ ਉੱਪਰ ਸਵਾਰ ਹੋ ਕੇ। ਮਨ ਕੇ ਹੁਲਾਸ ਸੋ ਅਖੇਰ ਬ੍ਰਿਤ ਗਇਓ ਹੈ। ਐਵੇਂ ਮਨ ਦੀ ਮੌਜ ਵਾਸਤੇ, ਮਨ ਦੇ ਤਮਾਸ਼ੇ ਵਾਸਤੇ, ਮਨ ਨੂੰ ਖੁਸ਼ ਕਰਨ ਲਈ ਜਿਹੜੀ ਸ਼ਿਕਾਰ ਕਰਨ ਦੀ ਬਿਰਤੀ ਹੈ, ਸ਼ਿਕਾਰ ਕਰਨ ਵਾਸਤੇ ਤੂੰ ਗਿਆ ਜੰਗਲ ਵਿੱਚ। ਮਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਰ। ਉਸ ਜੰਗਲ ਵਿੱਚ ਵਿਚਰ ਕਰਕੇ ਤੇ ਬਹੁਤੇ ਜੀਵਾਂ ਨੂੰ ਘੇਰ ਕਰਕੇ। ਸ਼ੁਕਰ ਬਿਹੰਗ ਮ੍ਰਿਗ ਘਾਤ ਤੈਨੇ ਕਯੋ ਹੈ। ਤੂੰ ਰਾਜਾ ਬਣਿਆ ਸੀ ਤੇ ਕੀ ਕੀਤਾ ਵੀ ਬਹੁਤੇ ਸੂਰ, ਪੰਛੀ, ਹਿਰਨ, ਕਿੰਨਿਆਂ ਦਾ ਤੂੰ ਜਿਹੜਾ ਘਾਣ ਕੀਤਾ, ਮਾਰਨੇ ਕੀਤੇ। ਹਟਿਓ ਜਬ ਧਾਮ ਔਰ ਗੋਰਖ ਮਿਲਾਪ ਕੀਨੋ। ਜਦੋਂ ਸ਼ਿਕਾਰ ਕਰਕੇ ਤੂੰ ਆਪਣੇ ਵਾਪਸ ਘਰ ਨੂੰ ਮੁੜਿਆ ਜਾ ਰਿਹਾ ਸੀ, ਘਰ ਦੀ ਤਰਫ, ਉਸ ਵੇਲੇ ਗੋਰਖ ਜਿਹੜਾ ਗੁਰੂ ਸਿੱਧ ਹੈ ਉਹਦੇ ਨਾਲ ਤੇਰਾ ਮਿਲਾਪ ਹੋਣਾ ਕੀਤਾ। ਹਨੇ ਜੀਵ ਦੇਖਤੇ ਨਾ ਬਚਨ ਸੁਨਾਇਓ ਹੈ। ਆ ਮਾਰੇ ਹੋਏ ਜੀਵਾਂ ਨੂੰ ਦੇਖ ਕੇ ਉਸ ਗੋਰਖਨਾਥ ਨੇ ਤੈਨੂੰ ਬਚਨ ਸੁਣਾਇਆ, ਕਿਹਾ ਸਵਈਆ ਹੈ ਮਨ ਤੇਰੋ ਬਹੀਨ ਦਇਆ। ਐ ਵੀ ਹਨੀਫਾ ਸਿੱਧ ਜਿਹੜਾ ਤੇਰਾ ਮਨ ਹੈ
ਉਹ ਵੀ ਦਇਆ ਤੋਂ ਖਾਲੀ ਹੈ, ਦਇਆ ਤੋਂ ਬਿਨਾਂ ਹੀ ਹੈ। ਬਨ ਜੀਵ ਹਨੇ ਰਸਨਾ ਹਿਤ ਸਾਧੂ। ਕਿਉਂਕਿ ਤੂੰ ਰਸਨਾ ਦੇ ਜ਼ੁਬਾਨ ਦੇ ਸਵਾਦ ਵਾਸਤੇ ਬਹੁਤ ਜਿਹੜੇ ਜੀਵ ਹੈ ਜੰਗਲ ਦੇ ਉਹ ਮਾਰੇ ਐ। ਤੈਸੇ ਹਨੈ ਤੁਮਰੇ ਤਨ ਕੋ ਇਹ। ਜਿਵੇਂ ਹੁਣ ਤੂੰ ਜ਼ੁਬਾਨ ਦੇ ਸਵਾਦ ਵਾਸਤੇ ਇਹਨਾਂ ਨੂੰ ਮਾਰਿਆ ਹੋਇਆ ਹੈ, ਇਸੇ ਤਰ੍ਹਾਂ ਹੀ ਇਹ ਜਿਹੜੇ ਦੂਸਰੇ ਹੈ ਬਾਅਦ ਵਿੱਚ ਤੇਰੇ ਇਹ ਆਪਣੇ ਜ਼ੁਬਾਨ ਦੇ ਰਸਨਾ ਦੇ ਸਵਾਦ ਵਾਸਤੇ ਤੇਰੇ ਸਰੀਰ ਨੂੰ ਮਾਰਨਗੇ, ਖਤਮ ਕਰਨਗੇ। ਕਿਉ ਨਿਜ ਆਵ ਗਵਾਵਤ ਬਾਧੂ। ਐਵੇਂ ਕਿਉਂ ਹਨੀਫਾ ਸਿੱਧ ਆਪਣੀ ਵਿਅਰਥੀ ਜਿਹੜੀ ਉਮਰ ਗਵਾ ਰਿਆਂ ਤੂੰ। ਜੋ ਸੁਨ ਕੈ ਮਨ ਮੈਂ ਗੁਣ ਕੈ। ਇਉਂ ਗੋਰਖਨਾਥ ਤੋਂ ਸੁਣ ਕੇ ਤੇ ਮਨ ਵਿੱਚ ਵਿਚਾਰ ਕੇ। ਤੁਬ ਕੀਨਾ ਬਿਨਾ ਮ੍ਰਿਤ ਭਾ ਡਰ ਯਾਦੂ। ਤੂੰ ਫਿਰ ਬੇਨਤੀ ਕੀਤੀ ਤੇ ਤੈਨੂੰ ਜਿਹੜਾ ਮੌਤ ਦਾ ਡਰ ਯਾਦ ਹੋਇਆ, ਮੌਤ ਦਾ ਡਰ ਯਾਦ ਆਇਆ। ਗੋਰਖ ਕੇ ਪਦ ਕੋ ਗਹਿ ਕੈ ਤਬ। ਉਸ ਵੇਲੇ ਤੂੰ ਗੋਰਖਨਾਥ ਦੇ ਚਰਨਾਂ ਨੂੰ ਫੜ ਕਰਕੇ ਚਾਹਤ ਭਾਤਿਹ ਭੂਰ ਪ੍ਰਸਾਦੂ। ਵੀ ਗੋਰਖਨਾਥ ਦੀ ਬਹੁਤੀ ਕਿਰਪਾ ਮੇਰੇ ਉੱਪਰ ਹੋਵੇ, ਇਸ ਤਰ੍ਹਾਂ ਤੂੰ ਚਾਹਿਆ ਸੀ। ਕਬੇਤ ਨਾਥ ਕੀ ਜਦਾਇਆ ਜਿਵ ਰਹਿ ਥਿਰ ਕਾਇਆ। ਤੇ ਉਸ ਵੇਲੇ ਤੂੰ ਕਿਹਾ ਵੀ ਹੇ ਨਾਥ ਗੋਰਖਨਾਥ ਮੇਰੇ ਗੁਰੂ ਜੀ, ਆ ਮੇਰੇ ਤੇ ਦਇਆ ਕਰੀਏ। ਜਿਵੇਂ ਆ ਮੇਰਾ ਸਰੀਰ ਸੰਸਾਰ ਤੇ ਅਸਥਿਰ ਰਵੇ, ਸਥਿਤ ਰਵੇ, ਕਦੀ ਨਾ ਕਾਲ ਦੇ ਵਸ ਹੋਵੇ। ਸੁਨ ਗੋਰਖ ਅਲਾਇਆ ਜੇ ਤੂੰ ਜੋਗ ਕੋ ਕਮਾਵਈ। ਸੁਣ ਕੇ ਗੋਰਖਨਾਥ ਨੇ ਕਿਹਾ ਵੀ ਹੇ ਹਨੀਫਾ, ਜੇ ਤੂੰ ਯੋਗ ਨੂੰ ਕਮਾਉਣਾ ਕਰੇ, ਯੋਗ ਦੀ ਕਮਾਈ ਕਰੇ। ਮੂੰਡ ਕੋ ਮੁੰਡਈਆ ਨਿਜ ਗੋਤ ਕੋ ਲਜਈਆ। ਜੇ ਤੂੰ ਆਪਣਾ ਜਿਹੜਾ ਸਿਰ ਹੈ ਇਹਨੂੰ ਮਨਵਾ ਲਾ, ਸਿਰ ਨੂੰ ਮਨਵਾ ਲਈਏ ਤੇ ਆਪਣਾ ਜਿਹੜਾ ਗੋਤ ਹੈ ਵੀ ਮੈਂ ਰਾਜਾ ਹੁੰਨਾ, ਇਸ ਗੋਤ ਦੀ ਜਿਹੜੀ ਹੈ ਲੱਜਿਆ ਛੱਡ ਦਈਏ। ਮੌਤ ਜਿਹੜੀ ਹੈ ਗੋਤ ਦੀ ਲੱਜਿਆ ਛੱਡ ਦਈਏ, ਇਹਨੂੰ ਸ਼ਰਮਸ਼ਾਰ ਕਰ ਦਈਏ। ਤੋ ਥਿਰ ਪਦ ਪਈਆ ਨਾ ਤੋ ਦੇਹ ਬਿਨ ਵਸਾਵਸੀ। ਬਿਨ ਸਾਵਈ। ਫਿਰ ਜਿਹੜਾ ਤੂੰ ਨਾ ਅਸਥਿਰ ਪਦ ਨੂੰ ਪਾ ਲਏਗਾ, ਭਾਵ ਸਰੀਰ ਕਰਕੇ ਮਰੇਗਾ ਨਹੀਂ, ਤੇ ਨਾ ਤੇਰੀ ਜਿਹੜੀ ਹੈ ਨਾ ਤੋ ਦੇਹ ਬਿਨ ਸਾਵਈ, ਨਹੀਂ ਤਾਂ ਤੇਰੀ ਜਿਹੜੀ ਹੈ ਦੇਹ ਨਾਸ ਹੋ ਜਾਏਗੀ। ਸੁਨੇ ਬੈਨ ਐਸ ਸੀਸ ਪਾਗ ਤਾਰ ਬੈਸ ਕਹਿਓ। ਸੁਣ ਕੇ ਐਸੇ ਬਚਨ ਤੇ ਤੂੰ ਜਿਹੜਾ ਆਪਣਾ ਹੈ ਸੀਸ ਤੋਂ ਪੱਗ ਜੀ ਲਾ ਕਰਕੇ ਤੇ ਬੈਠ ਗਿਆ। ਮੁੰਡੀਏ ਜੀ ਮੁੰਡ ਜਾਂਤੇ ਥਿਰ ਪਦ ਪਾਵਈ। ਫਿਰ ਤੂੰ ਕਹਿਆ ਵੀ ਮੁੰਡੀਏ ਜੀ ਮੁੰਡ, ਆ ਜਿਹੜਾ ਮੇਰਾ ਸਿਰ ਨੂੰ ਮੁੰਨ ਦਈਏ, ਜਿਸ ਕਰਕੇ ਮੈਂ ਅਸਥਿਰ ਪਦ ਪਾ ਲਵਾਂ, ਕਦੀ ਨਾ ਮਰਾਂ। ਗੋਰਖ ਨੇ ਕਾਨ ਪਰ ਮੁੰਡਿਓ ਹੈ ਸਵਾਰ ਤੋ ਕੋ। ਗੋਰਖਨਾਥ ਨੇ ਉਸੇ ਵੇਲੇ ਤੇਰੇ ਕੰਨਾਂ ਨੂੰ ਚੀਰ ਫਾੜ ਕਰਕੇ ਤੇ ਉਹ ਕੰਨਾਂ ਵਿੱਚ ਮੁੰਦਰਾਂ ਪਾ ਦਿੱਤੀਆਂ, ਬਣਾ ਸਵਾਰ ਕੇ ਤੇਰਾ ਜਿਹੜਾ ਸਿਰ ਮੁੰਨ ਦਿੱਤਾ, ਮੁੰਨਿਆ। ਤਬ ਹੂੰ ਕੋ ਭਇਓ ਸਿੱਧ ਭਸਮ ਲਗਾਵਈ। ਉਸ ਵੇਲੇ ਤੂੰ ਜਿਹੜਾ ਸਰੀਰ ਤੇ ਸਵਾਹ ਜੀ ਲਾ ਲਈ ਤੇ ਤੂੰ ਸਿੱਧ ਹੋ ਗਿਆ, ਸਿੱਧ ਬਣ ਬੈਠਾ। ਸੋਰਠਾ ਸੁਨ ਕਰ ਬਿਸਮੈ ਹੋਏ। ਸੁਣ ਕਰਕੇ ਜਿਹੜਾ ਹਨੀਫਾ ਸਿੱਧ ਬੜਾ ਆਸ਼ਚਰਜ ਹੋਇਆ। ਪਤੇ ਬਤਾਏ ਸਰਬ ਜਬ। ਜਦੋਂ ਗੁਰੂ ਮਹਾਰਾਜ ਨੇ ਸਾਰੇ ਜਿਹੜੇ ਪਤੇ ਦੱਸੇ ਇਸ ਨੂੰ, ਭਰਮ ਹਿਰਦੇ ਤੇ ਖੋਏ। ਆਪਣੇ ਹਿਰਦੇ ਵਿੱਚੋਂ ਭਰਮ ਸਾਰੇ ਖੋ ਕੇ ਗਵਾ ਕੇ ਜਾਣੇ ਸ੍ਰੀ ਅਵਤਾਰ ਹਰ। ਜਾਣਿਆ ਵੀ ਜੋ ਸ੍ਰੀ ਕਰਤਾਰ ਪਰਮੇਸ਼ਰ ਹਰੀ ਵਾਹਿਗੁਰੂ ਉਸ ਦਾ ਹੀ ਅਵਤਾਰ ਹੈ, ਗੁਰੂ ਨਾਨਕ ਸਾਹਿਬ। ਲੱਖ ਨਿਜ ਸਫਲ ਸਰੀਰ। ਵੀ ਜਿਹੜਾ ਮੇਰਾ ਮਨੁੱਖਾ ਸਰੀਰ ਹੈ, ਇਸ ਮਨੁੱਖਾ ਸਰੀਰ ਆਪਣੇ ਨੂੰ ਸਫਲ ਜਾਣ ਕੇ ਭਇਓ ਦਰਸ ਜਗ ਈਸ਼ ਕੋ। ਕਹਿਣ ਵਿਚਾਰਦਾ ਵੀ ਜੋ ਜਗਤ ਦੇ ਮਾਲਕ ਹੈ ਗੁਰੂ ਨਾਨਕ ਸਾਹਿਬ, ਅੱਜ ਉਹਨਾਂ ਦਾ ਮੈਨੂੰ ਦਰਸ਼ਨ ਹੋ ਗਿਆ।
ਜਿਸ ਕਰਕੇ ਮੇਰਾ ਸਰੀਰ ਸਫਲ ਹੋ ਗਿਆ ਹੈ। ਲੈਨੇ ਪਤੋ ਗਹੀਰ ਫਿਰ ਹੋ ਡੂੰਘਾ ਹੀ ਪਤਾ ਲੈਣ ਵਾਸਤੇ ਬਹਰ ਹਨੀਫਾ ਬੋਲਿਓ ਹਨੀਫਾ ਜਿਹੜਾ ਸਿੱਧ ਹੈ ਮੁੜ ਫੇਰ ਬੋਲਿਆ ਦੋਹਰਾ ਕੌਣ ਥਾਨ ਮੁੰਡਿਓ ਮੁਝੈ। ਕਹਿਣ ਲੱਗਾ ਵੀ ਠੀਕ ਹੈ ਮਹਾਰਾਜ ਦੱਸੋ ਵੀ ਮੇਰਾ ਜਿਹੜਾ ਸਿਰ ਹੈ ਉਹ ਭਲਾ ਕਿਸ ਸਥਾਨ ਤੇ ਮੁੰਨਿਆ ਹੈ। ਸੋ ਤੁਮ ਦੇਹੋ ਬਤਾਏ ਉਹ ਜੇ ਥਾਂ ਦਾ ਤੁਹਾਨੂੰ ਪਤਾ ਤੇ ਉਹੀ ਦੱਸ ਦਿਓ। ਜਾਨੋ ਮੈਂ ਅਵਤਾਰ ਤਬ ਫਿਰ ਮੈਂ ਜਾਣ ਲਵਾਂਗਾ ਵੀ ਸੱਚਮੁੱਚ ਹੀ ਤੁਸੀਂ ਪਰਮੇਸ਼ਰ ਦਾ ਅਵਤਾਰ ਹੀ ਹੋ ਭਵ ਤਾਰਨ ਹਿਤ ਆਏ ਤੇ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ। ਮੈਂ ਜਾਣ ਲਵਾਂਗਾ ਵੀ ਪਰਮੇਸ਼ਰ ਆਪ ਹੀ ਤੁਹਾਡਾ ਸਰੂਪ ਧਾਰ ਕੇ ਗੁਰੂ ਨਾਨਕ ਰੂਪ ਵਿੱਚ ਆਇਆ ਹੈ। ਕਬੇਤ ਬੋਲੇ ਹੈ ਕਿਰਪਾਲ ਲੁੰਡੇ ਪੀਪਲ ਕੇ ਤਲੇ ਬੈਠ। ਸੁਣ ਕੇ ਗੁਰੂ ਮਹਾਰਾਜ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਬੋਲੇ ਹੈ ਵੀ ਇਹ ਹਨੀਫਾ ਸਿੱਧ ਜਿਹੜਾ ਲੁੰਡਾ ਪਿੱਪਲ ਹੈ ਨਾ ਉੱਪਰੋਂ ਕੱਟਿਆ ਹੋਇਆ ਝਾੜਿਆ ਹੋਇਆ ਉਹ ਲੁੰਡੇ ਪਿੱਪਲ ਦੇ ਥੱਲੇ ਬੈਠ ਗਏ। ਮੂੰਡ ਤੇਰੋ ਮੂੰਡ ਸੰਗ ਲੀਨੋ ਹੈਰ ਲਾਇਕ। ਗੋਰਖਨਾਥ ਨੇ ਮੂੰਡ ਕਹੀਏ ਤੇਰਾ ਸਿਰ ਮੁੰਨ ਕੇ ਤੇ ਤੈਨੂੰ ਜਿਹੜਾ ਰਾਜ ਭਾਗ ਸਭ ਛਡਵਾ ਕੇ ਤੇ ਆਪਣੇ ਨਾਲ ਰਲਾ ਲਿਆ ਗੋਰਖਨਾਥ ਨੇ। ਰਾਜ ਦੇਸ਼ ਕੋ ਸਦਾਸੀ ਦਾਸ ਸੁਤ ਨਾਰੀ ਸੈਨਾ। ਜਿੰਨਾ ਵੀ ਤੇਰਾ ਰਾਜ ਭਾਗ ਆ ਦੇਸ਼ ਜਿੱਥੇ ਤੂੰ ਰਾਜ ਕਰਦਾ ਸੀ ਕੋਸ਼ ਖਜ਼ਾਨੇ ਦਾਸੀਆਂ ਦਾਸ ਪੁੱਤਰ ਘਰ ਵਾਲੀਆਂ ਤੇ ਸੈਨਾ ਸਾਰੀ। ਸ਼ੋਰ ਦੀਨੀ ਸੋਜ ਨਹਲੀਨੀ ਸੁਧ ਜਾਇਕਾ। ਉਹ ਸਾਰੀ ਸਮੱਗਰੀ ਰਾਜ ਭਾਗ ਦੀ ਤੂੰ ਛੱਡ ਦਿੱਤੀ ਤੇ ਜਿਹੜੀ ਹੈ ਫਿਰ ਤੂੰ ਮੁੜ ਕਰਕੇ ਰਾਜ ਭਾਗ ਛੱਡ ਕੇ ਘਰ ਦੀ ਖਬਰਸਾਰ ਨਹੀਂ ਲਈ ਜਾ ਕੇ। ਐਸੇ ਸੁਨ ਬੈਨ ਗੁਣ ਆਨ ਕੇ ਪੀਚੈਨ ਮਨ। ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਹਨੀਫਾ ਸਿੱਧ ਦੇ ਮਨ ਨੂੰ ਜਿਹੜਾ ਚੈਨ ਹੋ ਗਿਆ ਸ਼ਾਂਤੀ ਹੋ ਗਈ ਤਸੱਲੀ ਬਖਸ਼ ਉੱਤਰ ਸੁਣ ਕੇ। ਬੰਦੇ ਗਤ ਦੈਨ ਪਦ ਦੋਨੋਂ ਸੀਸ ਨਾਇਕ। ਸੀਸ ਨਵਾ ਕੇ ਤੇ ਦੋਨਾਂ ਹੀ ਚਰਨਾਂ ਉੱਪਰ ਮਹਾਰਾਜ ਦੇ ਇਹਨੇ ਨਮਸਕਾਰ ਕੀਤੀ ਮੱਥਾ ਟੇਕਿਆ। ਹੀਨ ਨਿਜ ਜਾਨ ਕਿਨਾ ਮੇਰ ਕੋ ਪਿਆਨਾ। ਆਪਣੇ ਆਪ ਨੂੰ ਹੀਣਾ ਜਾਣ ਕੇ ਛੋਟਾ ਜਾਣ ਕੇ ਵੀ ਮੇਰੀ ਤੇ ਕੋਈ ਤਾਕਤ ਨਹੀਂ ਹੈ ਤੇ ਜੋ ਸਮੇਰ ਪਰਬਤ ਹੈ ਉਧਰ ਨੂੰ ਇਹਨੇ ਚੱਲਣਾ ਕੀਤਾ। ਨੀਕੇ ਬਚਨ ਬਖਾਨ ਗਇਓ ਹਿਰਦੇ ਸੁਖ ਪਾਇਕਾ। ਹਿਰਦੇ ਵਿੱਚ ਬੜਾ ਸੁਖ ਪਾ ਕੇ ਚੰਗੇ ਬਚਨ ਕਹਿੰਦਾ ਹੋਇਆ ਉਸਤਤੀ ਦੇ ਤੇ ਸਮੇਰ ਪਰਬਤ ਵੱਲ ਚਲਾ ਗਿਆ ਹਨੀਫਾ ਸਿੱਧ। ਦੋਹਰਾ ਗੋਰਖ ਕੇ ਟਿਕ ਜਾਏਗਾ। ਆਪਣੇ ਗੋਰਖਨਾਥ ਗੁਰੂ ਦੇ ਕੋਲ ਜਾ ਕੇ ਉਸਤਤ ਕੀਨ ਬਖਾਨਾ। ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਮਹਿਮਾ ਬਹੁਤ ਜ਼ਿਆਦਾ ਹੀ ਕਥਨ ਕੀਤੀ ਹੈ। ਕਲਾਵਾਨ ਸਰਬੱਗ ਸੋ। ਤੇ ਗੋਰਖਨਾਥ ਗੁਰੂ ਜੀ ਉਹ ਗੁਰੂ ਨਾਨਕ ਸਾਹਿਬ ਦੇ ਬਹੁਤ ਵੱਡੀ ਸ਼ਕਤੀ ਵਾਲੇ ਹੈ ਤਾਕਤ ਵਾਲੇ ਹੈ ਸਰਬਾਗਿਆ ਸਰਬ ਕਲਾ ਗਿਆਤਾ ਹਨ। ਮਹਿਮਾ ਜਾਹੇ ਮਹਾਨ। ਜਿਨ੍ਹਾਂ ਦੀ ਮਹਿਮਾ ਬਹੁਤ ਹੀ ਮਹਾਨ ਹੈ। ਕਬਿਤ ਗੋਰਖ ਬੁਲਾਏ ਸਿੱਧ ਭੂਤ ਵਿਸਨਾਏ। ਉਸ ਵੇਲੇ ਜਿਹੜਾ ਗੋਰਖਨਾਥ ਹੈ ਉਹਨੇ ਸਾਰੇ ਸਿੱਧ ਕੋਲ ਬੁਲਾਏ ਹੈ। ਉਹਨਾਂ ਵਿੱਚ ਇੱਕ ਭੂਤਵੇ ਨਾਮ ਦਾ ਸਿੱਧ ਸੀ। ਉਹ ਭੂਤਵੇ ਸਿੱਧ ਨੂੰ ਬੁਲਾਇਆ ਤੇ ਉਹਨੂੰ ਸੁਣਾ ਕੇ ਕਿਹਾ ਕਹਿਓ ਤਾ ਕੋ ਸਮਝਾਏ ਉਪਦੇਸ਼ ਦੇਹੁ ਜਾਈਏ। ਉਹਨੂੰ ਕਿਹਾ ਵੀ ਤੂੰ ਇੰਜ ਕਰ ਭੂਤਵੇ ਸਿੱਧ ਜੋ ਗੁਰੂ ਨਾਨਕ ਸਾਹਿਬ ਇੱਧਰ ਆ ਰਹੇ ਸਮੇਰ ਪਰਬਤ ਨੂੰ ਤੂੰ ਉਹਨਾਂ ਪਾਸ ਚਲਿਆ ਜਾ ਕੇ ਸਮਝਾ ਬੁਝਾ ਕੇ ਯੋਗ ਦਾ ਉਪਦੇਸ਼ ਦੇ। ਆਵਾ ਸੁਨ ਧਾਏ ਗੁਰੂ ਨਾਨਕ ਸੁਹਾਏ ਜਹਾਂ। ਗੋਰਖਨਾਥ ਗੁਰੂ ਦਾ ਬਚਨ ਸੁਣ ਕੇ ਭੂਤਵਾ ਸਿੱਧ ਬੜੀ ਛੇਤੀ ਦੌੜ ਕੇ ਆਇਆ
ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਬਹੁਤ ਸੋਭਨੀਕ ਹੋ ਰਹੇ ਹਨ। ਬਚਨ ਅਲਾਏ ਬਾਲੇ ਹੱਠ ਕੋ ਗਵਾਈਏ। ਤੇ ਆਉਂਦਿਆਂ ਹੀ ਕਹਿਣ ਲੱਗਾ ਬਚਨ ਵੀ ਇਹ ਬਾਲੇ ਬੱਚੇ ਆਪਣਾ ਜਿਹੜਾ ਹੱਠ ਹੈ ਨਾ ਜਿੱਦ ਜੀ ਉਹਨੂੰ ਗਵਾ ਦਈਏ, ਛੱਡ ਦਈਏ। ਚਰਨ ਲਗਾਏ ਗੁਰੂ ਗੋਰਖ ਕਰਾਏ ਤੇਰੋ। ਤੁਹਾਨੂੰ ਮੈਂ ਚਰਨਾਂ ਨਾਲ ਗੋਰਖਨਾਥ ਦੇ ਲਾ ਦਿਆਂਗਾ ਤੇ ਗੁਰੂ ਤੁਹਾਡਾ ਕਰਾ ਦਿਆਂਗਾ ਗੋਰਖਨਾਥ। ਮਰਨ ਮਿਟਾਏ ਐਸੇ ਪਦ ਕਿਉਂ ਨਾ ਪਾਈਏ। ਜਿਸ ਕਰਕੇ ਜੰਮਣ ਮਰਨ ਦਾ ਦੁੱਖ ਮਿਟਵਾ ਦਿਆਂਗਾ, ਮਿਟਾ ਦੇਵਾਂਗੇ ਅਸੀਂ। ਤੇ ਇਹ ਬਾਲੇ ਬੱਚੇ ਇਸ ਤਰ੍ਹਾਂ ਦੀ ਜਿਹੜੀ ਪਦਵੀ ਉੱਚੀ ਅਮਰ ਪਦਵੀ ਕਿਉਂ ਨਹੀਂ ਤੁਸੀਂ ਪਾਉਂਦੇ, ਕਿਉਂ ਨਹੀਂ ਚਾਹੁੰਦੇ। ਪਹੁੰਚਿਓ ਤੂੰ ਆਏ ਨਹਿ ਸੁਸ਼ਾ ਹਟ ਜਾਏ ਅਬ। ਆ ਹੁਣ ਆ ਤੇ ਤੂੰ ਪਹੁੰਚਿਆ ਹੀ ਹੈ ਸਾਡੇ ਇੱਥੇ, ਤੇ ਐਵੇਂ ਕਿਤੇ ਹੁਣ ਗੋਰਖਨਾਥ ਨੂੰ ਗੁਰੂ ਬਣਾਏ ਤੋਂ ਬਿਨਾਂ ਖਾਲੀ ਨਾ ਮੁੜ ਜਾਈਏ। ਜਾਂ ਤੇ ਕਹ ਤੋਹੇ ਜੀ ਹੋਏ ਜੋ ਸੁਨਾਈਏ। ਇਸ ਵਾਸਤੇ ਤੁਹਾਨੂੰ ਮੈਂ ਕਹਿ ਰਿਹਾ ਤੁਹਾਡੇ ਜੋ ਜੀ ਵਿੱਚ ਦਿਲ ਵਿੱਚ ਉਹ ਤੁਸੀਂ ਵੀ ਸੁਣਾ ਦਈਏ, ਕਹਿ ਦਈਏ। ਸ੍ਰੀ ਗੁਰੂ ਕਹਿਤ ਬਾਨਾ ਸੁਸ਼ਾ ਸੋ ਰਹਤ ਜੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਹੇ ਸਿੱਧ ਸਿੱਧ ਆ ਖਾਲੀ ਤੇ ਉਹ ਰਹਿੰਦਾ ਹੈ। ਨਾਮ ਨਾ ਜਪਤ ਦੁਖ ਪਾਏ ਜਮ ਤਰਾਸ ਕੋ। ਜੋ ਨਾਮ ਨਾ ਜਪਤ, ਜਿਹੜਾ ਕੋਈ ਨਾਮ ਨਹੀਂ ਨਾ ਜਪਦਾ ਤੇ ਉਹ ਖਾਲੀ ਰਹਿੰਦਾ ਹੈ ਤੇ ਉਹੀ ਦੁੱਖ ਪਾਉਂਦਾ, ਜਮ ਦਾ ਡਰ ਪਾਉਂਦਾ ਹੈ। ਨਾਨਕ ਮਿਟਾਏ ਸਦਾ ਚਰਨ ਲਗਾਏ ਅਬ। ਅਸੀਂ ਤੇ ਤੁਹਾਡੇ ਮਾਣ ਹੰਕਾਰ ਨੂੰ ਮਿਟਾ ਕੇ ਤੇ ਸਾਰਿਆਂ ਨੂੰ ਹੁਣੇ ਆਪਣੇ ਚਰਨਾਂ ਨਾਲ ਲਗਾ ਕਰਕੇ। ਨਹੀਂ ਹਟ ਜਾਹੇ ਹਮ ਆਵੇ ਤੁਮ ਪਾਸ ਕੋ। ਤੇ ਅਸੀਂ ਨਹੀਂ ਮੁੜ ਕੇ ਜਿਹੜਾ ਵਾਪਸ ਜਾਵਾਂਗੇ, ਅਸਾਂ ਨੇ ਕੋਈ ਨਹੀਂ ਮੁੜਨਾ ਹੈ, ਅਸੀਂ ਤੇ ਤੁਹਾਡੇ ਪਾਸ ਹੀ ਆਵਾਂਗੇ। ਜਨਮ ਮਰਨ ਕੋ ਅਤੰਕ ਮਨ ਮਾਨੇ ਸੋ। ਇਹ ਬਾਕੀ ਵੀ ਭੂਤ ਵੇ ਸਿੱਧ ਜੰਮਣ ਮਰਨ ਦਾ ਡਰ ਤੇ ਮਨ ਵਿੱਚ ਉਹੀਓ ਮੰਨਦੇ ਹਨ। ਦੇਹ ਦਿਖੈ ਹੰਤਾ ਅਤ ਧਾਰਿਓ ਅਭਿਆਸ ਕੋ। ਜਿਨ੍ਹਾਂ ਨੇ ਇਸ ਦੇਹ ਵਿੱਚ ਹੰਗਤਾ ਜਿਹੜੀ ਹੈ ਅਤਸ਼ੈ ਕਰਕੇ ਬਹੁਤ ਉਹਦਾ ਅਭਿਆਸ ਧਾਰਿਆ ਹੋਇਆ, ਜਿਹੜੇ ਦੇਹ ਅਭਿਮਾਨੀ ਹੋਏ ਆ ਵੀ ਮੇਰਾ ਸਰੀਰ ਮੇਰਾ ਸਰੀਰ, ਉਹੀਓ ਜੰਮਣ ਮਨ ਤੋਂ ਡਰਦੇ ਹਨ। ਰੰਚਕ ਸਨੇਹ ਗਿਆਨੀ ਕਰੇ ਨਹਿ ਦੇਹ ਦਿਖੈ। ਜਿਹੜਾ ਗਿਆਨੀ ਪੁਰਸ਼ ਹੁੰਦਾ ਉਹ ਦੇਹ ਵਿੱਚ ਰੰਚਕ ਭੋਰਾ ਮਾਤਰ ਵੀ ਸਨੇਹ ਮੋਹ ਨਹੀਂ ਕਰਦਾ। ਰਹੇ ਤੇ ਹਰਖ ਨਹੀਂ ਸ਼ੋਕ ਨਾ ਬਿਨਾਸ਼ ਕੋ। ਸਰੀਰ ਰਹੇ ਤੇ ਉਹ ਖੁਸ਼ ਨਹੀਂ ਹੁੰਦਾ, ਉਹ ਨਹੀਂ ਕਹਿੰਦਾ ਵੀ ਮੇਰਾ ਸਰੀਰ ਤੇ ਉਹ ਖੁਸ਼ ਬਹੁਤਾ ਰਹੇ, ਉਹ ਖੁਸ਼ ਨਹੀਂ ਹੈ ਸਰੀਰ ਰਹੇ ਤੇ ਵਿਨਾਸ਼ ਹੋਣ ਤੇ ਨਾਸ ਹੋ ਜਾਂ ਤੇ ਖਤਮ ਹੋ ਜਾਂ ਤੇ ਸਰੀਰ, ਉਹਨੂੰ ਕੋਈ ਗਮ ਨਹੀਂ ਹੁੰਦਾ, ਗਮ ਨਹੀਂ ਕਰਦਾ। ਦੋਹਰਾ ਸੁਨ ਕਾ ਜਾਣੇ ਗਿਆਨ ਕਨ। ਭੂਤ ਵੇ ਸਿੱਧ ਨੇ ਮਹਾਰਾਜ ਦੇ ਬਚਨ ਸੁਣ ਕੇ ਜਾਣਿਆ ਵੀ ਇਹਦੇ ਗਿਆਨ ਦਾ ਬੱਦਲ ਹੀ ਇੱਕ ਰਸ ਗਿਆਨ ਵਾਲੇ ਹਨ। ਗਮਨਿਓ ਨਿਜ ਅਸਥਾਨ। ਆਪਣਾ ਜਿਹੜਾ ਸਥਾਨ ਹੈ ਸਮੇਰ ਪਰਬਤ ਉਧਰ ਨੂੰ ਚਲਾ ਗਿਆ। ਗੋਰਖ ਕੇ ਟਿਕ ਬੈਠ ਕਾ। ਗੋਰਖਨਾਥ ਗੁਰੂ ਦੇ ਕੋਲ ਬੈਠ ਕੇ ਭੂਤਵਾ ਸਿੱਧ ਦੀਨ ਬਿਰਤਾਂਤ ਬਖਾਨ। ਜੋ ਮਹਾਰਾਜ ਜੀ ਨਾਲ ਸਾਰਾ ਬਿਰਤਾਂਤ ਪ੍ਰਸੰਗ ਹੋਇਆ ਨੂੰ ਕਥਨ ਕੀਤਾ। ਦੇਹ ਤੂਸ਼ਨ ਕਰਵਾਏ ਕਾ। ਉਧਰੋਂ ਗੋਰਖਨਾਥ ਨੇ ਜਿਹੜਾ ਹੈ ਭੂਤਵੇ ਸਿੱਧ ਨੂੰ ਵੀ ਚੁੱਪ ਕਰ, ਇੱਥੇ ਨਹੀਂ ਬੋਲਣਾ ਹੈ, ਕਿਉਂਕਿ ਅਜੇ ਦੂਜਿਆਂ ਦਾ ਮਾਣ ਵੀ ਨਾਸ ਕਰਵਾਉਣਾ ਹੈ, ਉਸ ਨੂੰ ਚੁੱਪ ਕਰਵਾ ਕਰਕੇ ਗੋਰਖ ਆਏ ਸਦੀਨਾ। ਗੋਰਖਨਾਥ ਨੇ ਉਸ ਵੇਲੇ ਸਾਰੇ ਸਿੱਧਾਂ ਨੂੰ ਆਗਿਆ ਦਿੱਤੀ। ਹੈ ਕੋ ਸਿੱਧ ਸਮਰੱਥ ਜੋ। ਹੈ ਵੀ ਸਿੱਧੋ ਤੁਹਾਡੇ ਵਿੱਚ ਹੈ ਕੋਈ ਐਸਾ ਸਮਰੱਥ ਸ਼ਕਤੀ ਵਾਲਾ ਸਿੱਧ ਜੀਤ ਹੈ ਬਚਨ ਪਰਬੀਨਾ। ਜੋ ਬਚਨਾਂ ਦੀ ਪਰਬੀਨਤਾ ਸਿਆਣਪ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਜਿੱਤ ਲਵੇ, ਜਾਂ ਜੋ ਬਚਨਾਂ ਵਿੱਚ ਬੜੇ ਪਰਬੀਨ ਹੈ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਕੋਈ ਜਿੱਤ ਲਵੇ। ਚਰਪਟ ਕਰ ਔਰ ਤਮਕ ਕੋ। ਉੱਥੇ ਚਰਪਟਨਾਥ ਸਿੱਧ ਬੈਠਾ ਸੀ, ਬਹੁਤ ਸਿਆਣਾ ਵੀ ਸੀ,
ਤੇ ਇਹ ਹਿਰਦੇ ਵਿੱਚ ਥੋੜਾ ਜਿਹਾ ਗੁੱਸਾ ਕਰਕੇ ਆਵਾ ਗੁਰ ਕੇ ਪਾਸ। ਗੁਰੂ ਮਹਾਰਾਜ ਜਿੱਥੇ ਵਿਰਾਜਮਾਨ ਸਨ, ਗੋਰਖਨਾਥ ਆਪਣੇ ਗੁਰੂ ਦੀ ਆਗਿਆ ਪਾ ਕੇ ਆ ਗਿਆ। ਬੈਠਿਓ ਤਬ ਹੈ ਸਮੀਪ ਹੋਇਆ। ਮਹਾਰਾਜ ਜੀ ਦੇ ਕੋਲ ਜਾ ਹੋ ਕੇ ਬੈਠ ਗਿਆ ਚਰਪਟਨਾਥ ਸਿੱਧ। ਕੀਨੇ ਭਜਨ ਪ੍ਰਕਾਸ਼। ਆਪਣੇ ਵੱਲੋਂ ਜਿਹੜੇ ਗਿਆਨ ਦੇ ਬਚਨ ਉਹ ਪ੍ਰਗਟ ਕੀਤੇ। ਸਵਈਆ ਆਸਨ ਬੈਸਨ ਹੈ ਕਿਹ ਠਾਂ। ਕਹਿਣ ਲੱਗਾ ਵੀ ਦੱਸੋ ਤੁਸੀਂ ਵੀ ਕਿਸ ਥਾਂ ਜਿਹੜਾ ਹੈ ਤੁਸੀਂ ਆਸਣ ਲਾ ਕੇ ਬੈਠਣਾ ਕਰਦੇ ਹੋ, ਕਿਸ ਥਾਂ ਤੁਹਾਡਾ ਆਸਣ ਲਾਉਣਾ ਹੁੰਦਾ ਹੈ। ਤਬ ਭੋਜਨ ਕੌਣ ਅਚੋ ਜੋ ਅਤਾਰਾ। ਕਿਹੜਾ ਭੋਜਨ ਤੁਸੀਂ ਜਿਹੜਾ ਛਕਦੇ ਹੋ, ਜਿਸ ਭੋਜਨ ਦੇ ਛਕਣ ਦੇ ਆਸਰੇ ਰਹਿੰਦੇ ਹੋ। ਸੇਜ ਡਸਾਏ ਕਹਾਂ ਬਿਸਰਾਮ ਕੀ। ਫਿਰ ਆਰਾਮ ਕਰਨ ਦੀ, ਵਿਸ਼ਰਾਮ ਕਰਨ ਦੀ ਜਿਹੜੀ ਸੇਜਾ ਹੈ ਉਹ ਤੁਸਾਂ ਨੇ ਕਿਹੜੀ ਡਾਈ ਹੋਈ ਹੈ। ਕੌਣ ਦਕੂਲ ਸਰੀਰ ਪੈ ਧਰਾ। ਸਰੀਰ ਦੇ ਧਾਰਾ, ਸਰੀਰ ਦੇ ਉੱਪਰ ਤੁਸਾਂ ਨੇ ਕੱਪੜੇ ਕਿਹੜੇ ਧਾਰਨ ਕੀਤੇ ਐ। ਆਸਨ ਬੈਸਨ ਦੇਹ ਕੇ ਭੀਤਰ। ਇਹਨੇ ਪੁੱਛਿਆ ਨਾ ਵੀ ਤੁਹਾਡਾ ਮਹਾਰਾਜ ਆਸਨ ਕਿਸ ਥਾਂ ਆਸਨ ਵਿੱਚ ਤੁਸੀਂ ਬੈਠਣਾ ਕਰਦੇ ਹੋ। ਮਹਾਰਾਜ ਉੱਤਰ ਦੇ ਰਹੇ ਥੇ ਵੀ ਹੇ ਚਰਪਟਨਾਥ, ਜਿਹੜਾ ਦੇਹ ਦੇ ਵਿੱਚ ਭਾਵ ਅੰਤਰਮੁਖ ਅਸੀਂ ਹੁੰਦੇ ਨਾ, ਅੰਤਰਮੁਖ ਹੋ ਕੇ ਬੈਠਦੇ ਹਾਂ, ਇਹ ਸਾਡਾ ਆਸਣ ਉੱਪਰ ਬੈਠਣਾ ਹੈ, ਜਿਹੜਾ ਆ ਦੇਹ ਦੇ ਵਿੱਚ ਅੰਤਰਮੁਖ ਬਿਰਤੀ ਰੱਖ ਕੇ ਬਿਰਾਜਣਾ ਬੈਠਣਾ ਹੈ। ਨਾਮ ਸੋ ਭੋਜਨ ਜਾਨ ਹਮਾਰਾ। ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਸਾਡਾ ਭੋਜਨ ਜਾਣ ਲੈ। ਚੀਰ ਖਿਮਾ ਤਨ ਪੈ ਪਹਿਰੇ। ਜਿਹੜੀ ਖਿਮਾ ਸਹਾਰਨ ਸ਼ਕਤੀ ਹੈ, ਖਿਮਾ ਧਾਰੀ ਹੋਈ ਹੈ, ਇਹ ਸਰੀਰ ਦੇ ਉੱਪਰ ਅਸਾਂ ਨੇ ਸੁੰਦਰ ਕੱਪੜੇ ਪਹਿਰੇ ਹੋਏ ਹੈ। ਸੁਠ ਸੇਜ ਡਸੀ ਦਸਵੇਂ ਬਰ ਦਵਾਰਾ। ਸ੍ਰੇਸ਼ਟ ਜਿਹੜਾ ਦਸਵਾਂ ਦਵਾਰ ਹੈ, ਇਹ ਸੋਹਣੀ ਸੇਜਾ ਜਿਹੜੀ ਡਾਈ ਹੋਈ ਹੈ, ਇਸ ਸੇਜਾ ਉੱਪਰ ਅਸੀਂ ਵਿਸ਼ਰਾਮ ਕਰਦੇ ਹਾਂ, ਵਿਰਾਜਦੇ ਹਾਂ। ਕਬਿਤ ਚਰਪਟ ਖਟਪਟ ਮਿਟ। ਚਰਪਟ ਖਟਪਟ ਮਿਟੀ ਘਟਪਟ। ਉਸ ਵੇਲੇ ਜਿਹੜਾ ਚਰਪਟਨਾਥ ਹੈ, ਇਹਦੇ ਘਟ ਕਹੀਏ ਹਿਰਦੇ ਦੇ ਪਰਦੇ ਦੀ ਜਿਹੜੀ ਖਟਪਟੀ ਜੀ ਹੈ ਉਸੇ ਵੇਲੇ ਮਿਟ ਗਈ ਹੈ ਸੁਣ ਕੇ। ਤਟ ਗੋਰਖ ਕੇ ਸਟਪਟ ਬੈਠ ਕੇ ਉਚਾਰੀਆ। ਗੋਰਖਨਾਥ ਦੇ ਕੋਲ ਬੈਠ ਕਰਕੇ ਇਹਨੇ ਬੜੀ ਛੇਤੀ ਕਿਹਾ। ਪੂਰਨ ਬਿਕਟ ਨਹ ਜਾਨੋ ਤਾਂ ਕੋ ਘਟ ਕਾਸੇ। ਉੱਥੋਂ ਚੱਲ ਆਇਆ ਗੋਰਖਨਾਥ ਦੇ ਤਟ ਕਹੀਏ ਕੋਲ ਬੈਠ ਕੇ ਬੜੀ ਛੇਤੀ ਇਸਨੇ ਕਿਹਾ ਵੀ ਇਹ ਗੋਰਖਨਾਥ ਗੁਰੂ ਜੀ, ਉਹ ਗੁਰੂ ਨਾਨਕ ਤਪਾ ਜੀ ਦੇ ਪੂਰਨ ਹੈ, ਬਿਗਟ ਬੜੇ ਸਖਤ ਹਨ, ਕੱਟਣ ਤੋਂ ਰਹਿਤ ਵਿਚਾਰਾਂ ਵਿੱਚੋਂ ਕੱਟਿਆ ਨਹੀਂ ਜਾ ਸਕਦਾ ਉਹਨਾਂ ਨੂੰ। ਉਹ ਤੇ ਜਿਹੜਾ ਹੈ ਬਹੁਤ ਅਜਿੱਤ ਹਨ, ਤੇ ਨਹਿ ਜਾਣੋ ਤਾਂ ਕੋ ਘਟ ਕੈਸੇ, ਕਿਸੇ ਤਰ੍ਹਾਂ ਵੀ ਉਹਨਾਂ ਨੂੰ ਘਟ ਨਾ ਜਾਣੋ। ਕੋ ਬਿਦ ਲਟ ਨਹ ਟਰਤ ਨ ਟਾਰਿਆ। ਉਹ ਤੇ ਕਿਸੇ ਗੱਲ ਨਾਲ ਦਲੀਲ ਨਾਲ ਜਿਹੜਾ ਨਿਰੁੱਤਰੀ ਨਹੀਂ ਹੁੰਦੇ, ਜੋ ਗੱਲ ਕਹਿੰਦੇ ਉਸੇ ਵੇਲੇ ਉੱਤਰ ਦੇ ਦਿੰਦੇ ਆ, ਉਹਨਾਂ ਨੂੰ ਕੋਈ ਨਿਰੁੱਤਰ ਨਹੀਂ ਕਰ ਸਕਦਾ ਹੈ। ਟਾਲਿਆਂ ਟਲਦੇ ਨਹੀਂ ਹੈ, ਹਟਾਇਆ ਹਟਦੇ ਨਹੀਂ ਹੈ, ਮੋੜਿਆਂ ਮੁੜਦੇ ਨਹੀਂ ਹਨ। ਝੰਗਰ ਸੁਨਤ ਮਨ ਖਾਏ ਕੈ ਤਮਕ ਕਹਿ। ਤਮਕ ਨਹੀਂ ਤਮਕ। ਉਧਰ ਝੰਗਰਨਾਥ ਸਿੱਧ ਸੁਣ ਰਿਹਾ ਸੀ ਸਾਰਾ ਕੁਝ। ਝੰਗਰਨਾਥ ਨੇ ਸੁਣ ਕਰਕੇ ਮਨ ਵਿੱਚ ਬਹੁਤ ਗੁੱਸਾ ਖਾ ਕੇ ਕਹਿੰਦਾ, ਕੈਸ ਮਾਈ ਮੁੰਡਾ ਦੇਹੋ ਆਏ ਸਨਿਹਾਰੀਆ। ਕਹਿੰਦਾ ਵੀ ਕਿਸ ਤਰ੍ਹਾਂ ਦਾ ਉਹ ਮਾਂ ਦਾ ਸਿਰ ਮੁੰਨਣ ਵਾਲਾ ਮਾਈ ਮੁੰਡਾ, ਮੈਨੂੰ ਆਗਿਆ ਦਿਓ, ਮੈਂ ਦੇਖਦਾ ਤੱਕਦਾ ਉਸ ਨੂੰ। ਖਿਨ ਮਾਹੇ ਆਏ ਬੈਠ ਬਚਨ ਅਲਾਏ ਤਿਨਾ। ਖਿਨ ਮਾਤਰ ਵਿੱਚ ਹੀ ਮਹਾਰਾਜ ਦੇ ਪਾਸ ਆ ਗਿਆ, ਬੈਠ ਕੇ ਬਚਨ ਕਹਿਣ ਲੱਗਾ ਗੁਰੂ ਸਾਹਿਬ ਜੀ ਨੂੰ। ਬਿਨਾ ਦੂਧ ਬਾਰਕ ਕੋ ਕੈਸੇ ਬ੍ਰਿਤ ਪਾਰੀਆ। ਉਹ ਕਹਿੰਦੇ ਵੀ ਉਹ ਬਾਲੇ ਆ, ਬਿਨਾ ਦੁੱਧ ਦੇ ਜਿਹੜਾ ਬਾਲਕ ਬੱਚੇ ਨੂੰ ਕਿਸ ਤਰ੍ਹਾਂ ਪ੍ਰਤਪਾਲੀਦਾ ਹੈ, ਕਿਵੇਂ ਪਾਲੀਦਾ ਪਾਲਿਆ ਜਾਂਦਾ ਬੱਚਾ ਬਿਨਾ ਦੁੱਧ ਤੋਂ। ਦੋਹਰਾ
ਕੌਣ ਨਾਮ ਕਿਤ ਜਾਹੋਗੇ। ਕਹਿਣ ਲੱਗਾ ਏ ਝੰਗਰਨਾਥ ਦਾ ਵੀ ਕੀ ਨਾਮ ਹੈ ਤੁਹਾਡਾ, ਕਿੱਥੇ ਜਾਓਗੇ। ਰਹੋ ਕੌਣ ਸੇ ਦੇਸ। ਫਿਰ ਤੁਸੀਂ ਕਿਹੜੇ ਦੇਸ਼ ਇਲਾਕੇ ਵਿੱਚ ਰਹਿੰਦੇ ਹੋ। ਝੰਗਰ ਬੂਝਾ ਤੋਹੇ ਕੋ। ਮੇਰਾ ਨਾਮ ਝੰਗਰਨਾਥ ਹੈ। ਝੰਗਰਨਾਥ ਤੁਹਾਨੂੰ ਪੁੱਛਦਾ ਹੈ ਕੌਣ ਤੁਮਾਰਾ ਭੇਸ। ਫਿਰ ਤੁਹਾਡਾ ਭੇਸ ਕਿਹੜਾ, ਕਿਹੜੇ ਭੇਸ ਨੂੰ ਤੁਸੀਂ ਧਾਰਨ ਕੀਤਾ ਹੋਇਆ ਹੈ। ਸਵਈਆ ਭਾਂਦੂ ਸੁਨੋ ਹਮ ਨਾਨਕ ਨਾਮ। ਮਹਾਰਾਜ ਕਹਿੰਦੇ ਭੌਂਦੂਆ, ਭੌਂਦੂ ਦਾ ਅਰਥ ਹੁੰਦਾ ਜਿਹੜਾ ਕੋਈ ਇੱਧਰ ਉੱਧਰ ਭੌਂਦਾ ਫਿਰੇ, ਜਾਵੇਂ ਤੁਰਿਆ ਫਿਰਦਾ ਹੋਵੇ, ਗੇੜੀਆਂ ਜਿਹੀਆਂ ਕੱਢੀ ਜਾਵੇ ਬਾਰ-ਬਾਰ, ਉਹਨੂੰ ਕਹੀਦਾ ਭੌਂਦੂ। ਮਹਾਰਾਜ ਕਹਿੰਦੇ ਭੌਂਦੂਆ ਝੰਗਰਾ ਸੁਣ, ਸਾਡਾ ਨਾਮ ਨਾਨਕ ਹੈ। ਲੱਗੀ ਲਿਵ ਤੇ ਉਰ ਬਾਰਕ ਪਾਰਾ। ਜਿਹੜੀ ਵਾਹਿਗੁਰੂ ਦੇ ਨਾਮ ਵਿੱਚ ਲਿਵ ਲੱਗੀ ਹੈ, ਇਹ ਇਹੀ ਜਿਹੜਾ ਹਿਰਦੇ ਰੂਪ ਵਿੱਚ ਜਿਹੜਾ ਮਨ ਰੂਪੀ ਬੱਚਾ ਹੈ, ਉਸ ਨੂੰ ਪਾਲਿਆ ਹੋਇਆ ਹੈ, ਪਾਲ ਰਹੇ ਹਾਂ। ਕਾਜ ਜਹਾਂ ਤਹ ਜਾਵਾਂਗੇ। ਜਿੱਥੇ ਸਾਡਾ ਕੰਮ ਹੋਊਗਾ ਉੱਥੇ ਹੀ ਜਾਵਾਂਗੇ। ਨਗਰੀ ਸਿਵ ਦੇਸ ਪਛਾਨ ਹਮਾਰਾ। ਉਹ ਕਹਿੰਦਾ ਵੀ ਦੇਸ਼ ਕਿਹੜਾ, ਦੇਸ਼ ਸਾਡਾ ਜਿਹੜਾ ਸ਼ਿਵ ਨਗਰੀ ਹੈ। ਆ ਸ਼ਿਵ ਨਗਰੀ ਭਾਵ ਕਲਿਆਣ ਰੂਪ ਜਿਹੜੀ ਨਗਰੀ ਹੈ, ਕਲਿਆਣ ਰੂਪ ਜੋ ਪਰਮੇਸ਼ਰ ਹੈ ਉਹਦੀ ਨਗਰੀ ਹੈ, ਜੋ ਸੱਚਖੰਡ, ਉਹ ਸਾਡਾ ਦੇਸ਼ ਹੈ। ਫਿਰ ਕਲਿਆਣ ਰੂਪ ਪਰਮੇਸ਼ਰ ਦੀ ਨਗਰੀ ਕਿਹੜੀ ਹੈ, ਸਾਧ ਸੰਗਤ। ਉਹ ਸਾਧ ਸੰਗਤ ਹੀ ਸਾਡੀ ਨਗਰੀ ਹੈ, ਉਹ ਸਾਡਾ ਦੇਸ਼ ਪਛਾਣ ਲੈ। ਭੁੱਲੇ ਸੋ ਗੋਰਖ ਉੱਤਮ ਪੰਥ ਤੇ। ਜਿਹੜਾ ਤੁਹਾਡਾ ਗੋਰਖਨਾਥ ਗੁਰੂ ਹੈ ਨਾ, ਉਹ ਤੇ ਉੱਤਮ ਰਸਤੇ ਤੋਂ ਭੁੱਲੀ ਗਿਆ ਹੈ। ਔਦ ਵਧਾਏ ਕਾ ਮਾਨ ਅਪਾਰਾ। ਇਹ ਝੰਗਰਨਾਥ ਭੌਂਦੂਆ, ਐਵੇਂ ਤੁਹਾਡੇ ਗੁਰੂ ਨੇ ਵਾਧੂ ਦੀ ਉਮਰ ਵਧਾਈ ਹੋਈ ਹੈ, ਬੇਅੰਤੀ ਬਹੁਤਾ ਹੀ ਮਾਣ ਹੰਕਾਰ ਚੱਕੀ ਫਿਰਦਾ ਹੈ। ਯੋ ਸੁਨ ਝੰਗਰ ਲੱਜਤ ਹੋਏ। ਇਉਂ ਸੁਣ ਕੇ ਝੰਗਰਨਾਥ ਸਿੱਧ ਬੜਾ ਸ਼ਰਮਿੰਦਾ ਹੋਇਆ। ਸਮੇਰ ਪੈ ਜਾਏ ਕਾ ਬੈਨ ਉਚਾਰਾ। ਸਮੇਰ ਜਿਹੜਾ ਪਰਬਤ ਹੈ, ਉਹਦੇ ਉੱਪਰ ਜਾ ਕਰਕੇ ਤੇ ਗੋਰਖਨਾਥ ਹੋਣਾ ਨੂੰ ਬਚਨ ਕਹਿਣ ਲੱਗਾ। ਸਵਈਆ ਕੋ ਜੁਗਤੀ ਕਰ ਨਾ ਅਟਕੈ। ਇਹ ਗੋਰਖਨਾਥ ਗੁਰੂ ਜੀ ਕਿਸੇ ਵੀ ਜੁਗਤੀ ਨਾਲ ਜੁਗਤੀ ਕਰਕੇ ਉਹ ਨਹੀਂ ਮੁੜਦੇ, ਉਹ ਤੇ ਰੁਕਦੇ ਨਹੀਂ ਹੈ, ਅਟਕਦੇ ਨਹੀਂ ਹਨ। ਤਤਕਾਲ ਹੀ ਉੱਤਰ ਦੇਤ ਬਤਾਈ। ਸਗੋਂ ਨਾਨਕ ਤਬਾ ਜੀ ਤੇ ਬੜੀ ਛੇਤੀ ਨਾਲ ਝਟਪਟ ਹੀ ਉੱਤਰ ਦੱਸ ਦਿੰਦੇ ਐ। ਸੰਗਰ ਬੋਲ ਉਠਿਓ ਸੁਣ ਕੇ। ਇੱਧਰ ਸੰਗਰਨਾਥ ਸਿੱਧ ਬੈਠਾ ਹੋਇਆ ਸੀ, ਸੁਣ ਕੇ ਇਹ ਬਚਨ ਤੇ ਬੋਲ ਉਠਿਆ। ਕਰ ਬਾਦ ਕੋ ਮੈਂ ਤਿਹ ਰੋਕਹ ਜਾਈ। ਖੜ ਜੋ ਤੁਸੀਂ ਸਾਰੇ, ਕਹਿੰਦਾ ਵੇਖਿਓ ਮੈਂ ਹੁਣੇ ਉਹਨਾਂ ਨਾਲ ਬਾਦ ਕੋਈ ਝਗੜਾ ਕਰਕੇ, ਚਰਚਾ ਕਰਕੇ ਗੋਰਖਨਾਥ ਗੁਰੂ ਜੀ ਉਹਨਾਂ ਨੂੰ ਰੋਕਾਂਗਾ। ਗੋਰਖ ਆਇਸ ਲੈ ਤਵੈ। ਗੋਰਖਨਾਥ ਆਪਣੇ ਗੁਰੂ ਦੀ ਆਗਿਆ ਲੈ ਕਰਕੇ ਉਸ ਵੇਲੇ ਕਰ ਰੋਜ਼ ਚੱਲਿਓ ਗੁਰ ਕੇ ਢਿਗ ਧਾਈ। ਬੜਾ ਹੀ ਸੰਗਰ ਜਿਹੜਾ ਨਾ ਸਿੱਧ ਰੋਸ ਜਾ ਕਰਕੇ ਗੁਰੂ ਦੇ ਕੋਲ ਧਾਵਾ ਬੋਲ ਕੇ ਦੌੜ ਕੇ ਚੱਲਿਆ। ਜਿਉ ਬਿਨਤਾ ਸੁਤ ਕੋ ਚਾਹ ਜੀਤਨਾ। ਜਿਵੇਂ ਕਹਿੰਦੇ ਹੈ ਵੀ ਬਿਨਤਾ ਸੁੱਤ, ਬਿਨਤਾ ਦਾ ਪੁੱਤਰ ਗਰੜ ਹੈ, ਉਸ ਨੂੰ ਜਿੱਤਣ ਲਈ ਚਾਹੁੰਦੇ ਹੋਣ। ਮਾਨਕ ਬਾਰਹੀ ਬਾਰ ਸਦਾਈ। ਜਿਹੜੇ ਸੱਪ ਹੈ ਵਾਰ-ਵਾਰ ਦੌੜ ਕੇ ਚੱਲ ਕੇ ਜਾਣ ਗਰੜ ਨੂੰ ਜਿੱਤਣ ਵਾਸਤੇ, ਤੇ ਉਹ ਜਿੱਤ ਥੋੜੀ ਸਕਦੇ ਆ। ਸੱਪ ਗਰੜਨ ਥੋੜੀ ਮਾਰ ਸਕਦੇ ਆ ਪੰਛੀ ਨੂੰ, ਕਿਉਂਕਿ ਉਹ ਰਾਜਾ ਹੈ ਸੱਪਾਂ ਦਾ, ਉਹ ਤੇ ਇਹਨਾਂ ਨੂੰ ਸਭ ਨੂੰ ਖਤਮ ਕਰ ਦਿੰਦਾ ਹੈ। ਗਰੜ ਸਮਾਨ ਹੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਹੈ, ਸਿੱਧ ਜਿਹੜੇ ਸੱਪਾਂ ਵਰਗੇ ਵਾਰ-ਵਾਰ ਜਾਂਦੇ ਆ ਆਪਣੇ ਵੱਲੋਂ ਮਹਾਰਾਜ ਜੀ ਨੂੰ ਹਰਾਉਣ ਵਾਸਤੇ ਝਗੜੇ ਜੇ ਕਰਦੇ ਹਨ। ਦੋਹਰਾ ਗਏ ਅਗਾਰੀ ਕੋ ਗੁਰੂ ਮਹਾਰਾਜ ਇਧਰੋਂ ਅੱਗੇ ਨੂੰ ਚਲੇ ਗਏ ਹੈ। ਗਿਰ ਮੀਨਾ ਜਿਹ ਨਾਮ। ਜਿੱਤੇ ਗਏ ਅਗਾਰੀ ਕੋ ਗੁਰੂ ਗਿਰ,
ਗਿਰ ਮੀਨਾ ਜਿਹ ਨਾਮ, ਜਿਸ ਪਹਾੜ ਦਾ ਨਾਮ ਮੀਨਾ ਕਰਕੇ ਹੈ, ਉਸ ਪਹਾੜ ਦੇ ਉੱਪਰ ਚਲੇ ਗਏ ਗੁਰੂ ਮਹਾਰਾਜ। ਪੜ੍ਹ ਕੇ ਵੈਸੇ ਆਸਨ ਲਾਏ ਤਹ, ਉਸ ਮੀਨਾ ਨਾਮ ਪਹਾੜ ਦੇ ਉੱਪਰ ਮਹਾਰਾਜ ਆਸਨ ਲਾ ਕੇ ਬੈਠੇ। ਹਨਨ ਮਾਨ ਸਿੱਧ ਕਾਮ, ਜਿਨ੍ਹਾਂ ਦਾ ਇਹ ਸਿੱਧ ਕਾਮੀ ਹੈ ਕਿ ਇਹ ਜਿਹੜੇ 84 ਸਿੱਧ ਨੌਨਾਥ, ਇਹਨਾਂ ਦਾ ਮਾਣ ਹੀ ਨਾਸ ਕਰਨਾ, ਹੰਕਾਰ ਤੇ ਖਤਮ ਹੀ ਕਰ ਦੇਣਾ ਹੈ। ਸੰਗਰ ਬੋਲਿਓ ਆਨਕ, ਸੰਗਰ ਜਿਹੜਾ ਸਿੱਧ ਹੈ ਆਉਂਦਿਆਂ ਸਾਰੇ ਬੋਲਿਆ ਗੁਰੂ ਸਾਹਿਬ ਜੀ ਨੂੰ, ਬਾਲੇ ਹੈ ਆਦੇਸ਼, ਹੇ ਬਾਲੇ, ਹੇ ਬੱਚੇ ਨਾਨਕ ਤੈਨੂੰ ਆਦੇਸ਼ ਨਮਸਕਾਰ ਹੈ। ਸੁਨ ਤੂੰ ਸਨ ਮੁਖ ਤੇ ਰਹੇ, ਸੁਣ ਕੇ ਸੰਗਰ ਨਾਥ ਤੋਂ ਵੀ ਤੁਹਾਨੂੰ ਆਦੇਸ਼ ਹੈ, ਮਹਾਰਾਜ ਤੇ ਚੋਪੀ ਕੀਤੇ ਰਹੇ ਮੁਖ ਤੋਂ। ਮੁਸਕਾਨੇ ਜਗਤ ਜਗਤ ਦੇ ਮਾਲਕ ਗੁਰੂ ਸਾਹਿਬ ਜੀ ਥੋੜਾ ਜਿਹਾ ਹੱਸੇ ਇਸ ਵੱਲ ਵੇਖ ਕੇ। ਸੋਰਠਾ ਰਿਸ ਮੈਂ ਸੰਗਰ ਹੋਏ, ਜਿਹੜਾ ਇਹ ਸੰਗਰ ਨਾਥ ਸਿੱਧ ਸੀ ਇਹ ਗੁੱਸੇ ਵਿੱਚ ਹੋਇਆ ਹੈ। ਅਸਬਿਦ ਬਚਨ ਅਲਾਵਹੀ, ਇਸ ਤਰ੍ਹਾਂ ਇਹ ਬਚਨ ਕਹਿਣ ਲੱਗਾ। ਉੱਤਰ ਦੇਤ ਨਾ ਕੋਏ, ਕਹਿੰਦਾ ਵੀ ਇਹ ਕਿਸ ਤਰ੍ਹਾਂ ਦੇ ਹੈ, ਜਿਹੜੇ ਹੈ ਵੀ ਉੱਤਰ ਕੋਈ ਦੇ ਹੀ ਨਹੀਂ ਰਹੇ ਮੈਨੂੰ। ਮਾਈ ਮੁੰਡਾ ਹਸਤ ਹੈ, ਉੱਤਰ ਦੇ ਕੋਈ ਦੇ ਨਹੀਂ ਰਹੇ। ਮਾਈ ਮੁੰਡਾ, ਮਾਂ ਦਾ ਸਿਰ ਮੁੰਨਣ ਵਾਲਾ ਹੱਸਦਾ ਅੱਗੋਂ। ਕਬਿਤ ਮਾਈ ਮੁੰਡਾ ਗੋਰਖ ਹੈ, ਤੇ ਖਾਨਾ ਨਾ ਦੇਨੀ ਤੋਹੇ। ਮਹਾਰਾਜ ਕਹਿਣ ਲੱਗੇ ਵੀ ਉਹ ਸੰਗਰਾ ਮਾਈ ਮੁੰਡਾ, ਮਾਂ ਦਾ ਸਿਰ ਮੁੰਨਣ ਵਾਲਾ ਤੇ ਤੁਹਾਡਾ ਗੋਰਖ ਗੁਰੂ ਹੈ, ਜਿਹਨੇ ਤੈਨੂੰ ਥੋੜੀ ਬਹੁਤੀ ਵੀ ਅਕਲਮਤ ਸਿੱਖਿਆ ਦਿੱਤੀ ਨਹੀਂ ਹੈ। ਕਾਨ ਪਰ ਮੁੰਦਰਾ ਪਾਏ ਬੇਮਤ ਬਣਾਇਓ ਹੈ, ਤੇ ਜਿਹਨੇ ਤੁਹਾਡੇ ਕੰਨ ਜੇ ਪਾੜ ਕੇ ਮੁੰਦਰਾਂ ਪਾ ਦਿੱਤੀਆਂ, ਤੁਹਾਨੂੰ ਤੇ ਜਮਾਈ ਮੂਰਖ ਬੇਅਕਲੇ ਬਣਾਇਆ ਹੈ। ਮੁੰਡ ਕੋ ਮੁੰਡਾਏ ਨੇ ਜਗੋਤ ਕੋ ਲਜਾਏ, ਸਿਰ ਤੁਹਾਡੇ ਮੁੰਨ ਦਿੱਤੇ, ਸਿਰਾਂ ਨੂੰ ਤੁਸਾਂ ਨੇ ਬਣਾ ਲਿਆ ਹੈ, ਤੇ ਆਪਣੇ ਗੋਤ ਤੁਹਾਡੇ ਨੂੰ ਉਸਨੇ ਲੱਜਿਆ ਲਾ ਦਿੱਤੀ ਹੈ, ਆ ਸ਼ਰਮਸ਼ਾਰ ਕਰ ਦਿੱਤਾ। ਜਿਸ ਤਰ੍ਹਾਂ ਵੀ ਤੁਸਾਂ ਨੇ ਸਿਰ ਨੂੰ ਮੁਨਾ ਲਿਆ ਹੈ, ਆਪਣੀ ਗੋਤ ਨੂੰ ਤੇ ਲਾਜ ਹੀ ਲਾ ਲਈ ਹੈ। ਤਨ ਭਸਮ ਲਗਾਏ ਬਾਦ ਜਨਮ ਗਵਾਇਓ ਹੈ, ਸਰੀਰਾਂ ਉੱਪਰ ਤੁਸਾਂ ਨੇ ਸਵਾਹ ਲਾ ਲਈ, ਚੰਗੀ ਤਰ੍ਹਾਂ ਮਲ ਕੇ ਛਾਣ ਕੇ, ਐਵੇਂ ਵਿਅਰਥ ਹੀ ਜਨਮ ਗਵਾਇਆ ਹੈ। ਜੈਸੇ ਨਿਰਭੇਕ ਨਹਿ ਕਮਲ ਕੀ ਸਾਰ ਜਾਨਾ, ਤੁਹਾਡੀ ਤੇ ਉਹ ਗੱਲ ਹੋ ਗਈ ਵੀ ਜਿਸ ਤਰ੍ਹਾਂ ਉਹ ਜਲ ਵਿੱਚ ਰਹਿੰਦਾ ਹੋਇਆ ਡੱਡੂ ਕੋਮਲ ਦੀ ਸਾਰ ਨਹੀਂ ਨਾ ਜਾਣਦਾ, ਵੇ ਜਾਲੇ ਖਾਈ ਜਾਂਦਾ ਰਾਤ ਦਿਨ। ਜੋਗੀਆ ਕਹਾਏ ਨਿਜ ਜੋਗ ਕੋ ਲਜਾਇਓ ਹੈ, ਇਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜੋਗੀ ਕਹਾਉਂਦੇ ਹੋ ਵੀ ਬੜੇ ਸਿੱਧ ਜੋਗੀ ਆ, ਤੇ ਐਵੇਂ ਆਪਣੇ ਜੋਗ ਨੂੰ ਲੱਜਾ ਹੀ ਲਾ ਰਹੇ ਹੋ, ਸ਼ਰਮ ਹੀ ਲਾ ਰਹੇ, ਸ਼ਰਮਸ਼ਾਰ ਕਰ ਰਹੇ ਹੋ ਜੋਗ ਨੂੰ। ਸੰਗਰ ਸੁਨਤ ਸ਼ਰਤ ਹੋਏ ਕਾ ਲੱਜਤ ਮਤ, ਇਹ ਸੰਗ ਸਿੱਧ ਸੁਣ ਕੇ ਕੰਨਾਂ ਵਿੱਚ ਬੜਾ ਬੁੱਧੀ ਵਿੱਚ ਸ਼ਰਮਿੰਦਾ ਸ਼ਰਮਸ਼ਾਰ ਹੋਇਆ ਹੈ। ਸੰਸਾ ਧਾਰ ਚਿਤ ਐਸੇ ਬਚਨ ਲਾਇਓ ਹੈ, ਚਿੱਤ ਵਿੱਚ ਸੰਸਾ ਜਾ ਧਾਰ ਕੇ ਤੇ ਇਸ ਤਰ੍ਹਾਂ ਬਚਨ ਕਿਹਾ ਹੈ। ਕੌਣ ਹੈ ਜੁਗਤ ਜਾਤੇ ਕ੍ਰੋਧ ਹੂੰ ਕੋ ਜੀਤ ਲੀਜੈ, ਕਹਿੰਦਾ ਵੀ ਬਾਲੇ ਆ ਕੀ ਜੁਗਤੀ ਹੈ, ਕਿਹੜੀ ਜੁਗਤ ਹੈ ਜਿਸ ਜੁਗਤੀ ਦੇ ਕਰਕੇ ਕ੍ਰੋਧ ਗੁੱਸੇ ਨੂੰ ਜਿੱਤ ਲਈਦਾ ਹੈ। ਹੋਏ ਕਾ ਅਤੀਤ ਕੈਸੇ ਕਾਮ ਕੋ ਗਵਾਈਏ, ਇਸ ਤਰ੍ਹਾਂ ਫਿਰ ਅਤੀਤ ਹੋ ਕੇ ਵਿਰਕਤੀ ਤਿਆਗੀ ਹੋ ਕੇ ਕਾਮ ਨੂੰ ਗਵਾਈਦਾ ਹੈ। ਸੀਸ ਕਾਲ ਟਰਾ ਕਾਸੇ ਲੋਭ ਪਰ ਹਰਾ ਔਰ, ਜਿਹੜੀ ਇਹ ਸੀਸ ਤੇ ਮੌਤ ਹੈ, ਸੀਸ ਉੱਪਰ ਕਾਲ ਮੰਡਰਾ ਰਿਹਾ, ਇਹ ਕਿਸ ਤਰ੍ਹਾਂ ਟਲੇ, ਜਿਹੜਾ ਲੋਭ ਹਿਰਦੇ ਵਿੱਚ ਉਹ ਦੂਰ ਕਿਸ ਤਰ੍ਹਾਂ ਹੋਵੇ। ਕੌਣ ਸੇ ਜਗਤ ਤੇ ਅਮਰ ਪਦ ਜਾਈਏ, ਫਿਰ ਕਿਹੜੀ ਉਹ ਜੁਗਤੀ ਹੈ, ਕਿਹੜੀ ਜੁਗਤੀ ਹੈ ਜਿਸ ਕਰਕੇ ਅਮਰ ਪਦ ਨੂੰ ਪਾਈਦਾ ਹੈ। ਮਾਇਆ ਤਜ ਕਾਸੇ ਕਰ ਜਗ ਮੈਂ ਰਹਾਏ ਨਰ, ਤੇ ਮਾਇਆ ਨੂੰ ਛੱਡ ਕਰਕੇ ਕਿਸ ਤਰ੍ਹਾਂ ਉਹ ਮਨੁੱਖ ਜਿਹੜਾ
ਸੰਸਾਰ ਦੇ ਵਿੱਚ ਰਹਿਣਾ ਕਰੇ। ਬੁਝਿਓ ਹੈ ਸੰਦੇਹ ਤੋ ਕੋ ਉੱਤਰ ਸੁਣਾਈਏ। ਕਹਿੰਦਾ ਵੀ ਮੈਨੂੰ ਇਹ ਸੰਸ਼ੇ ਹੋਏ ਆ, ਜਿਹਦੇ ਕਰਕੇ ਸੰਸ਼ਿਆਂ ਨੂੰ ਮੈਂ ਤੁਹਾਡੇ ਕੋਲ ਪੁੱਛਿਆ ਹੈ। ਆਪ ਜੀ ਮੈਨੂੰ ਉੱਤਰ ਤਸੱਲੀ ਬਖਸ਼ੀ ਸੁਣਾਈਏ ਦਸੀਏ। ਐਸੇ ਸੁਨ ਬੈਨ ਗਤ ਦਾਨ ਗੁਣ ਐਨ ਗੁਰੂ। ਜੋ ਮੁਕਤੀ ਦੇਣ ਵਾਲੇ ਹੈ ਗੁਣਾਂ ਦੇ ਘਰ ਹੈ ਗੁਰੂ ਨਾਨਕ ਸਾਹਿਬ ਜੀ। ਇਸ ਤਰ੍ਹਾਂ ਇਹ ਸੰਗਰ ਸਿੱਧ ਤੋਂ ਬਚਨ ਸੁਣ ਕੇ ਜਾਹੇ ਕੀ ਸ਼ਰਨ ਤੇ ਸਰਬ ਸੁਖ ਪਾਈਏ। ਭਾਈ ਸੰਤੋਖ ਸਿੰਘ ਜੀ, ਭਾਈ ਬਾਲਾ ਜੀ ਕਹਿ ਰਹੇ ਆ ਵੀ ਜਿਨ੍ਹਾਂ ਸਤਿਗੁਰਾਂ ਦੀ ਸ਼ਰਨ ਤੇ ਸਾਰੇ ਸੁਖ ਪਾ ਲਈਦੇ ਹਨ। ਸ਼ਾਂਤ ਰੋਸ ਜੀਤ ਤਜ ਤ੍ਰਿਗੁਣ ਅਤੀਤ ਹੋਏ। ਮਹਾਰਾਜ ਸੰਗਰ ਸਿੱਧ ਦੇ ਹੁਣ ਉੱਤਰ ਦੇ ਰਹੇ ਸਵਾਲਾਂ ਦੇ ਵੀ ਇਹ ਸੰਗਰਨਾਥ ਸਿੱਧ ਜਿਹੜੀ ਆ ਸ਼ਾਂਤੀ ਰੱਖਣੀ ਨਾ, ਸ਼ਾਂਤ ਰਹਿਣਾ, ਇਹਦੇ ਨਾਲ ਰੋਸ ਗੁੱਸੇ ਨੂੰ ਜਿੱਤ ਲਈਦਾ ਹੈ। ਤੇ ਤ੍ਰਿਗੁਣ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਤਿੰਨਾਂ ਗੁਣਾਂ ਨੂੰ ਛੱਡ ਕੇ ਅਤੀਤ ਹੋ ਜਾਈਦਾ, ਤਿਆਗੀ ਹੋ ਜਾਈਦਾ, ਬਰਗਤੀ ਬਣ ਜਾਈਦਾ ਹੈ। ਤਿੰਨਾਂ ਗੁਣਾਂ ਤੋਂ ਪਰੇ ਹੋ ਕੇ ਗੁਰੂ ਮੁਖ ਪਾਏ ਗਿਆਨ ਕਾਮ ਕੋ ਗਵਾਈਏ। ਗੁਰੂ ਮੁਖ ਦੁਆਰਾ ਬ੍ਰਹਮ ਗਿਆਨ ਨੂੰ ਪਾ ਕੇ ਜਿਹੜਾ ਕਾਮ ਹੈ ਉਸ ਨੂੰ ਗਵਾ ਲਈਦਾ, ਖਤਮ ਕਰ ਲਈਦਾ ਹੈ। ਨਾਮ ਲਿਵ ਕਾਲ ਟਰਾ ਲੋਭ ਤੇ ਸੰਤੋਖ ਧਰਾ। ਨਾਮ ਦੇ ਵਿੱਚ ਲਿਵ ਲਾਇਆ ਕਾਲ ਜਿਹੜਾ ਟਲ ਜਾਂਦਾ ਹੈ, ਮੌਤ ਨਹੀਂ ਆਉਂਦੀ। ਜਿਹੜੇ ਨਾਮ ਜਪਦੇ ਉਹਨਾਂ ਦਾ ਕਾਲ ਜਮ ਭੱਜ ਜਾਂਦਾ ਹੈ। ਤੇ ਜਿਹੜਾ ਸੰਤੋਖ ਧਾਰ ਲਈਏ ਤੇ ਲੋਭ ਖਤਮ ਹੋ ਜਾਂਦਾ, ਦੂਰ ਹੋ ਜਾਂਦਾ ਹੈ। ਧਿਆਨ ਹਰ ਕਰੈ ਤੇ ਅਮਰ ਪਦ ਜਾਈਏ। ਵਾਹਿਗੁਰੂ ਜੋ ਹਰੀ ਪਰਮੇਸ਼ਰ ਹੈ ਉਸ ਦਾ ਧਿਆਨ ਕਰਕੇ ਅਮਰ ਪਦ ਤੇ ਪਹੁੰਚ ਜਾਈਦਾ ਹੈ, ਕੇਵਲ ਮੁਕਤੀ ਪਾ ਲਈਦੀ ਹੈ। ਸੰਤਨ ਕੀ ਸੰਗਤ ਕੈ ਮਾਇਆ ਤੇ ਅਲੇਪ ਰਹਿ। ਜਿਹੜੇ ਸਵਾਸ ਸਿਮਰਨ ਕਰਨ ਵਾਲੇ ਸੰਤ ਉਹਨਾਂ ਸੰਤਾਂ ਦੀ ਸੰਗਤ ਕਰਕੇ ਮਾਇਆ ਤੋਂ ਅਲੇਪ ਰਹੀਦਾ ਹੈ। ਵਿਖੈ ਬਿਖ ਜਾਣ ਕੈ ਹਿਰਦੇ ਤੇ ਬਿਸਰਾਈਏ। ਇਸੇ ਤਰ੍ਹਾਂ ਹੀ ਸੰਗਰ ਸਿੱਧ ਜਿਹੜੇ ਆ ਨਾ ਵਿਸ਼ੇ ਹੈ, ਇਹਨਾਂ ਨੂੰ ਜ਼ਹਿਰ ਸਮਾ ਜਾਣ ਕੇ ਹਿਰਦੇ ਚੋਂ ਵਿਸਰਾ ਦਈਏ, ਭੁਲਾ ਦਈਏ। ਭਾਉ ਸੋ ਭਗਤ ਇਹ ਉੱਤਮ ਜੁਗਤ ਵੱਡੀ। ਤੇ ਜੁਗਤੀ ਦੀ ਇੱਕੋ ਹੀ ਹੈ ਵੱਡੀ ਕਿ ਜਿਹੜਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨੀ, ਪ੍ਰੇਮ ਨਾਲ ਭਗਤੀ ਕਰਨੀ ਜਿਹੜੀ ਪਰਮੇਸ਼ਰ ਦੀ, ਇਹੀਓ ਉੱਤਮ ਜੁਗਤੀ ਹੈ ਵੱਡੀ। ਮਾਨ ਮੋਹ ਤਿਆਗ ਕੈ ਨਿਰਾਲਮ ਰਹਾਈਏ। ਜਿਹੜਾ ਅੰਦਰ ਮਾਨ ਹੈ, ਹੰਕਾਰ ਹੈ, ਫਿਰ ਮੋਹ ਹੈ, ਇਸ ਨੂੰ ਤਿਆਗ ਕਰਕੇ ਛੱਡ ਕਰਕੇ ਨਿਰਲੇਪ ਰਹੀਦਾ ਹੈ, ਫਿਰ ਨਿਰਲੇਪ ਰਿਹਾ ਜਾ ਸਕਦਾ ਹੈ। ਸਵਈਆ ਸੰਗਰ ਸ਼੍ਰਵਣ ਸੁਨੇ ਸ਼ਬਦਾਨਾ। ਸੰਗਰਨਾਥ ਸਿੱਧ ਨੇ ਜਦੋਂ ਕੰਨਾਂ ਵਿੱਚ ਚੰਗੇ ਬਚਨ, ਸਿੱਖਿਆਦਾਇਕ ਬਚਨ ਸੁਣੇ ਆ ਗੁਰੂ ਸਾਹਿਬ ਜੀ ਦੇ, ਭਈ ਮਨ ਚੈਨ ਸੁਮੇਰ ਸਿਧਾਇਓ। ਉਸੇ ਵੇਲੇ ਮਨ ਨੂੰ ਚੈਨ ਹੋ ਗਈ ਹੈ, ਸ਼ਾਂਤੀ ਹੋ ਗਈ ਹੈ, ਤੇ ਮਨ ਚੰਚਲਤਾ ਤੋਂ ਹਟ ਗਿਆ। ਉਸੇ ਵੇਲੇ ਬਚਨ ਸੁਣ ਕੇ ਮੱਥਾ ਟੇਕ ਕੇ ਸਮੇਰ ਪਰਬਤ ਨੂੰ ਚਲਾ ਗਿਆ ਹੈ। ਆਇਓ ਸੰਭਾਲ ਕਾ ਸਿੱਧ ਤਬ। ਇੱਧਰੋਂ ਫਿਰ ਜਿਹੜਾ ਸੰਭਾਲਕਾ ਨਾਮ ਦਾ ਸਿੱਧ ਉਹ ਆ ਗਿਆ। ਗੁਰ ਕੇ ਟਿਗ ਬੈਠ ਕੇ ਵਾਕ ਲਾਇਓ। ਗੁਰੂ ਮਹਾਰਾਜ ਦੇ ਕੋਲ ਬੈਠ ਕੇ ਬਚਨ ਕਿਹਾ। ਕਿਉਂ ਵਿਵਹਾਰ ਤਜਿਓ ਜਗ ਕੋ ਤੁਮ। ਕਹਿੰਦਾ ਵੀ ਦੱਸੋ ਵੀ ਆ ਜਿਹੜਾ ਲੈਣ ਦੇਣ ਦਾ ਵਿਹਾਰ ਹੈ, ਸੁਭਾਵ ਗ੍ਰਸਤੀ ਜੀਵਨ ਹੈ, ਇਹਨੂੰ ਤੁਸਾਂ ਨੇ ਸੰਸਾਰ ਵਿੱਚੋਂ ਕਿਉਂ ਛੱਡਿਆ ਹੈ? ਕੈਸੇ ਉਦਾਸੀ ਵਿਖੇ ਮਨ ਲਾਇਓ। ਕਿਸ ਤਰ੍ਹਾਂ ਉਦਾਸੀ ਉਪਰਾਮਤਾ ਵਿੱਚ ਹੀ ਤੁਸਾਂ ਨੇ ਆਪਣਾ ਮਨ ਲਾਇਆ ਹੈ। ਹੋਤ ਨਾ ਪੂਰਨ ਕਾਜ ਕਬ। ਕਿਉਂਕਿ ਜਿਹੜੇ ਕੰਮ ਹੈ ਉਹ ਕਦੀ ਪੂਰੇ ਨਹੀਂ ਹੁੰਦੇ। ਬਿਨ ਜੋਗ ਕਰੇ ਜੋ ਚਾਹੋ ਔਰ ਪਾਇਓ। ਬਿਨਾਂ ਜੋਗ ਕੀਤੇ ਤੋਂ ਜਿਹੜੇ ਕੰਮ ਪੂਰੇ ਨਹੀਂ ਹੁੰਦੇ। ਬਿਨਾਂ ਜੋਗ ਕੀਤੇ ਤੋਂ ਜਿਹੜਾ ਵੀ ਤੁਸੀਂ ਹਿਰਦੇ ਵਿੱਚ ਕੋਈ ਵਸਤੂ, ਕੋਈ ਪਦਾਰਥ ਪਾਉਣਾ ਚਾਹੋ, ਉਹ ਬਿਨਾਂ ਜੋਗ ਕੀਤਿਆਂ ਦੇ ਪੂਰੇ ਨਹੀਂ ਹੁੰਦੇ। ਦੋਹਰਾ
ਸੁਨ ਬੋਲੇ ਪੰਕਜ ਬਦਨਾ। ਸੁਣ ਕਰਕੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਮੁਖ ਕਵਲ ਵਰਗਾ ਹੈ ਬਚਨ ਬੋਲੇ। ਜਿਹ ਅਲੰਬ ਹੈ ਜੋਗ। ਮਹਾਰਾਜ ਕਹਿੰਦੇ ਵੀ ਸੰਭਾਲ ਕਾ ਸਿੱਧ ਜਿਹਦੇ ਆਸਰੇ ਤੁਹਾਡਾ ਆ ਜੋਗ ਵੀ ਹੈ। ਸੋ ਨੀਕੀ ਬਿਦ ਸੋ ਗਹਿਓ। ਉਹ ਅਸਾਂ ਨੇ ਜੋਗ ਦੇ ਚੰਗੀ ਤਰ੍ਹਾਂ ਨਾਲ ਹੀ ਗ੍ਰਹਿਣ ਕੀਤਾ ਹੈ, ਪਕੜਿਆ ਹੋਇਆ ਹੈ। ਕਬ ਹੈ ਨਾ ਕਰਾਂ ਵਿਯੋਗ। ਕਦੇ ਵੀ ਅਸੀਂ ਉਸ ਨੂੰ ਵਿਛੋੜਨਾ ਨਹੀਂ ਕਰਦੇ, ਅਸੀਂ ਛੱਡਣਾ ਨਹੀਂ ਕਰਦੇ, ਤਿਆਗਣਾ ਨਹੀਂ ਕਰਦੇ ਐਸੇ ਜੋਗ ਨੂੰ। ਜਗ ਵਿਵਹਾਰ ਉਦਾਸ ਮੈਂ। ਬਾਕੀ ਜੋ ਸੰਸਾਰ ਦੇ ਵਿਹਾਰ ਲੈਣ ਦੇਣ ਹੈ, ਕੰਮ ਧੰਦੇ ਹੈ, ਇਹਨਾਂ ਵਿੱਚੋਂ ਤੇ ਅਸੀਂ ਉਦਾਸ ਉਪਰਾਮੀ ਰਹਿੰਦੇ ਹਾਂ। ਸਦਾ ਨਾਮ ਲਿਵ ਏਕ। ਹਮੇਸ਼ਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇੱਕ ਵਾਹਿਗੁਰੂ ਦਾ ਉਹਦੇ ਵਿੱਚ ਹੀ ਲਿਵ ਲਾ ਕੇ ਰੱਖਦੇ ਹਾਂ। ਸਰਬ ਕਾਜ ਪੂਰਨ ਕਰਤ। ਜੋ ਨਾਮ ਸਾਰੇ ਕੰਮਾਂ ਨੂੰ ਪੂਰਨ ਕਰਦਾ ਹੈ। ਜਿਸ ਤੇ ਹੋਤ ਵਿਵੇਕ। ਫਿਰ ਜਿਸ ਨਾਮ ਦੇ ਨਾਲ ਹੀ ਜਿਹੜਾ ਵਿਵੇਕ ਗਿਆਨ ਹੁੰਦਾ ਹੈ, ਜੀਵ ਈਸ਼ ਦੀ ਏਕਤਾ ਦਾ ਗਿਆਨ ਹੋ ਆਉਂਦਾ ਹੈ। ਸੋਰਠਾ ਸੁਨ ਸੰਭਾਲ ਕਾ ਸਾਰ। ਮਹਾਰਾਜ ਜੀ ਦੇ ਐਸੇ ਬਚਨ, ਇਹ ਸੰਭਾਲ ਕਾ ਸਿੱਧ ਸਾਰ ਸਿਧਾਂਤ ਦੇ ਬਚਨਾਂ ਨੂੰ ਸੁਣ ਕੇ ਗਮਨਿਓ ਸਿਖਰ ਸਮੇਰ ਪੈ। ਜਿਹੜਾ ਸਮੇਰ ਪਰਬਤ ਦੀ ਚੋਟੀ ਤੇ ਜਾ ਪਹੁੰਚਿਆ ਚਲਾ ਗਿਆ। ਕੀਨ ਬਿਰਤੰਤ ਉਚਾਰ। ਸੰਭਾਲ ਕਾ ਸਿੱਧ ਨੇ ਉਹ ਸਿੱਧਾਂ ਵਿੱਚ ਜਾ ਕੇ ਇਹ ਸਾਰਾ ਪ੍ਰਸੰਗ ਬਿਰਤਾਂਤ ਉਚਾਰਨਾ ਕੀਤਾ। ਧਿਆਏ ਭਇਓ ਪੂਰਨ ਅਬੈ। ਇਸੇ ਤਰ੍ਹਾਂ ਕੀਨ ਬਿਰਤਾਂਤ ਉਚਾਰ ਭਾਈ ਬਾਲਾ ਜੀ ਕਹਿੰਦੇ ਹੈ ਤੇ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਜਿਵੇਂ ਸਾਰਾ ਸਿੱਧਾ ਨਾਲ ਬਿਰਤਾਂਤ ਹੋਇਆ, ਪ੍ਰਸੰਗ ਹੋਇਆ, ਉਹ ਅਸਾਂ ਨੇ ਉਚਾਰਨਾ ਕੀਤਾ ਹੈ। ਹੁਣ ਇਹ ਅਧਿਆਏ ਇੱਥੇ ਹੁਣ ਪੂਰਨ ਹੋ ਗਿਆ, ਸੰਪੂਰਨ ਹੋ ਗਿਆ। ਜਿਵੇਂ ਸਿੱਧਾ ਨਾਥਾਂ ਨਾਲ ਮਹਾਰਾਜ ਦੀ ਪਿੱਛੇ ਚਰਚਾ ਹੋਈ, ਉਹ ਪ੍ਰਸੰਗ ਸਾਰਾ ਸੁਣਾ ਦਿੱਤਾ ਹੈ। ਹੁਣ ਜਿਵੇਂ ਅੱਗੇ ਪ੍ਰਸੰਗ ਆਵੇਗਾ ਸਿੱਧਾ ਨਾਥਾਂ ਨਾਲ ਗੋਪੀ ਚੰਦ, ਈਸ਼ਰਨਾਥ, ਲੰਗਰ ਮੰਗਲਨਾਥ, ਸ਼ੰਭੂਨਾਥ, ਇਹਨਾਂ ਸਿੱਧਾਂ ਨਾਲ ਚਰਚਾ ਹੋਏਗੀ। ਫਿਰ ਮਹਾਰਾਜ ਦੇ ਬਚਨ ਸੁਣ ਕੇ ਜਿਵੇਂ ਮਹਿਮਾ ਕਰਦੇ ਹੋਏ ਵਾਪਸ ਚਲੇ ਜਾਣਗੇ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਨੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬ ਵਰਦੇ। ਸਿੱਧਨ ਚਰਚਾ ਪ੍ਰਸੰਗ ਵਰਣਨ ਨਾਮ 61ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅੱਧੇ ਹਿੱਸੇ ਦੇ ਜਿਹੜੇ 61 ਅਧਿਆਏ ਸਮਾਪਤ ਹੋ ਗਏ। ਜਿਵੇਂ ਪ੍ਰਸੰਗ ਸਿੱਧਾ ਨਾਲ ਚਰਚਾ ਹੋ ਰਹੀ, ਉਹ ਪ੍ਰਸੰਗ ਆ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਨੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਸੁਨ ਸੰਭਾਲ ਕਾ ਸਾਰ। ਗਮਨਿਓ ਸਿਖਰ ਸਮੇਰ ਪੈ। ਕੀਨ ਬਿਰਤੰਤ ਉਚਾਰ। ਧਿਆਏ ਭਇਓ ਪੂਰਨ ਅਬੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬ ਵਰਦੇ। ਸਿੱਧਨ ਚਰਚਾ ਪ੍ਰਸੰਗ ਵਰਣਨ ਨਾਮ 61ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।